ਆਵਾਜ਼ੇ ਪੰਜਾਬ ਦੇਖ ਰਹੇ ਹੋ ਜੀ ਤੁਸੀਂ। ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਦੁਪਹਿਰ ਤੋਂ ਹੀ ਬੜੀ ਤੜਥੱਲੀ ਮਚੀ ਹੋਈ ਹੈ, ਜਦੋਂ ਦਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਰੈਲੀ ਦੇ ਵਿੱਚ ਸੰਬੋਧਨ ਕਰਦਿਆਂ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਅਤੇ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀ ਕੇ ਐਂਟਰ ਹੋਏ ਸੀ। ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸਿੱਖ ਮਰਿਆਦਾ ਦਾ ਉਲੰਘਣਾ ਕਰਦੇ ਹੋਏ ਕਹਿੰਦੇ ਇਹ ਦਰਬਾਰ ਸਾਹਿਬ ਦੋਨਾਂ ਦੇ ਵਿੱਚ ਗਏ ਨੇ। ਅਤੇ ਨਾਲੇ ਇਹ ਕਹਿੰਦੇ ਪਹਿਲਾਂ ਵੀ ਐਸੀਆਂ 2-4 ਹਰਕਤਾਂ ਨੇ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ। ਉਹਨਾਂ ਨੇ ਬਰਗਾੜੀ ਦੀ ਗੱਲ ਵੀ ਕੀਤੀ। ਸੋ ਇਸ ਮਾਮਲੇ ਉੱਤੇ ਪੂਰੀ ਜਾਣਕਾਰੀ ਆਪਾਂ ਲਵਾਂਗੇ ਸਾਡੇ ਮੁੱਖ ਸੰਪਾਦਕ ਤੇ ਸੀਨੀਅਰ ਪੱਤਰਕਾਰ ਸਰਦਾਰ ਕੁਲਵੰਤ ਸਿੰਘ ਜੀ ਕੋਲੋਂ। ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ ਬਹੁਤ ਬਹੁਤ ਸਵਾਗਤ ਹੈ ਸ਼ੁਭ ਦੇ ਵਿੱਚ। ਬਹੁਤ ਧੰਨਵਾਦ ਬੋਲੀ। ਕੁਲਵੰਤ ਜੀ, ਕੀ ਪੂਰਾ ਮਾਮਲਾ ਹੈ ਇਹ ਜਿਹੜਾ ਸ਼ਰਾਬ ਦੀ ਇੱਕ ਪ੍ਰੋਪੇਗੈਂਡਾ ਜਾਂ ਗੱਲ ਕਹਿ ਲਓ ਵੀ ਸ਼ਰਾਬ ਦਾ ਜਿਹੜਾ ਮੁੱਦਾ ਭਗਵੰਤ ਮਾਨ ਉਹਨਾਂ ਦੇ ਖਿਲਾਫ ਵੋਟਾਂ ਦੇ ਵਿੱਚ ਦਿਖਦਾ ਉਜਾਗਰ ਹੋਇਆ ਸੀਗਾ, ਕੇਜਰੀਵਾਲ ਉਹਨਾਂ ਨੇ ਵੀ ਐਡਰੈਸ ਕੀਤਾ ਸੀ ਇਹਨੂੰ, ਇਹ ਦੁਬਾਰਾ ਫਿਰ ਸਿਰ ਚੁੱਕਣ ਲੱਗ ਗਿਆ। ਅਤੇ ਇਹ ਅੱਜ ਫਿਰ ਪਹਿਲਾਂ ਸੁਖਬੀਰ ਸਿੰਘ ਬਾਦਲ, ਫਿਰ ਵਿਰਸਾ ਸਿੰਘ ਵਲਟੋਆ ਹੋਣੀ ਸ਼੍ਰੋਮਣੀ ਅਕਾਲੀ ਦਲ ਦੇ, ਫਿਰ ਰਾਜਕੁਮਾਰ ਵੇਰਕਾ ਕਾਂਗਰਸ ਵੱਲੋਂ ਇਸ ਉੱਪਰ ਬੋਲੇ ਨੇ। ਅਤੇ ਇਹ ਕੀ ਇਹਦੇ ਪਿੱਛੇ ਦੀ ਰਾਜਨੀਤੀ ਹੋ ਸਕਦੀ ਹੈ ਅਤੇ ਕਿੰਨਾ ਕਿ ਇਹਦੇ ਵਿੱਚ ਸੱਚ ਹੈ ਜਿਹੜਾ ਉਹ ਹੋ ਸਕਦਾ? ਦੇਖੋ, ਉਹ ਵੀਡੀਓ ਮੈਂ ਵੀ ਦੇਖੀ ਹੈਗੀ ਹੈ ਜਿਹੜੀ ਭਗਵੰਤ ਮਾਨ ਹੋਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋ ਬੋਲਿਆ ਹੈਗਾ ਦਮਦਮਾ ਸਾਹਿਬ 'ਚ। ਪਹਿਲੀ ਨਜ਼ਰੇ ਜਿਸ ਤਰ੍ਹਾਂ ਭਗਵੰਤ ਮਾਨ ਗੱਲ ਕਰ ਰਹੇ ਨੇ ਉਸ ਤੋਂ ਥੋੜ੍ਹਾ ਜਿਹਾ ਹਟ ਕੇ ਥੋੜ੍ਹਾ ਜਿਹਾ ਉਹਨਾਂ ਦਾ ਅੰਦਾਜ਼ ਜਿਹੜਾ ਸੀਗਾ, ਆਵਾਜ਼ ਜਿਹੜੀ, ਸ਼ਬਦ ਥੋੜ੍ਹੇ ਜਿਹੇ ਥਿੜਕ ਰਹੇ ਸੀਗੇ, ਥੋੜ੍ਹੇ ਜਿਹੇ ਥੱਕੇ ਲੱਗ ਰਹੇ ਸੀਗੇ। ਇਹ ਵੀ ਹੋ ਸਕਦਾ ਉਹਨਾਂ 'ਤੇ ਕੰਮ ਦਾ ਬੋਝ ਹੋਵੇ, ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਕੁਛ ਪ੍ਰੋਬਲਮ ਹੋਵੇ ਜਿਹਦੇ ਕਰਕੇ ਉਹ ਆਵਾਜ਼ ਉਹਨਾਂ ਦੀ ਥਿੜਕ ਰਹੀ ਸੀ, ਸ਼ਬਦ ਜਿਹੜੇ ਸੀ ਉਹ ਥਿੜਕ ਰਹੇ ਸੀ। ਪਰ ਇਹਦੇ ਨਾਲ ਅਗਰ ਪਿਛੋਕੜ ਦੇਖਿਆ ਜਾਵੇ ਤਾਂ ਪਿਛੋਕੜ ਦੇ ਵਿੱਚ ਭਗਵੰਤ ਮਾਨ ਹੋਣਾ ਦੇ ਉੱਤੇ ਸ਼ਰਾਬ ਪੀ ਕੇ ਦੇ ਉੱਤੇ ਸੰਸਦ ਵਿੱਚ ਜਾਣ ਦੇ ਵਿੱਚ, ਸ਼ਰਾਬ ਪੀ ਕੇ ਜਿਹੜਾ ਗੁਰੂ ਘਰਾਂ ਦੇ ਵਿੱਚ ਜਾਣ ਦੇ, ਸ਼ਰਾਬ ਪੀ ਕੇ ਸਟੇਜਾਂ 'ਤੇ ਪਹੁੰਚਣ ਦੇ, ਇਹ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਨੇ। ਕੁਛ ਵੀਡੀਓਜ਼ ਵੀ ਵਾਇਰਲ ਹੋਈਆਂ ਸੀਗੀਆਂ ਜਿਹਦੇ ਵਿੱਚ ਉਹ ਪੱਤਰਕਾਰਾਂ ਨਾਲ ਵੀ ਉਲਝੇ ਹੋਏ ਸੀਗੇ ਸ਼ਰਾਬ ਪੀ ਕੇ, ਅਤੇ ਗੱਡੀ ਦੇ ਵਿੱਚ ਵੀ ਉਹ ਮਤਲਬ ਇੱਥੋਂ ਨਿਕਲ ਕੇ ਜਾਂਦਿਆਂ ਦੀ ਵੀ ਹੈਗੀ ਸੀ ਵੀਡੀਓ ਜਿਹਦੇ 'ਚ ਸ਼ਰਾਬ ਪੀ ਕੇ ਉਹਨਾਂ ਪੱਤਰਕਾਰਾਂ ਨਾਲ ਉਲਝਦਿਆਂ ਦੇ ਦੋਸ਼ ਲੱਗੇ ਸੀਗੇ। ਇਸ ਤੋਂ ਇਲਾਵਾ ਚਲੋ ਇਸ ਗੱਲ ਨੂੰ ਉਹ ਇਹ ਵੀ ਕਹਿ ਸਕਦੇ ਨੇ ਵੀ ਮੇਰੇ 'ਤੇ ਵਿਰੋਧੀ ਜਿਹੜੇ ਦੋਸ਼ ਲਾਉਂਦੇ ਨੇ, ਮੇਰੇ ਤਰ੍ਹਾਂ ਇਸ ਤਰ੍ਹਾਂ ਹੋ ਸਕਦਾ ਹੈ ਵੀ ਮੇਰੀ ਥਕਾਵਟ ਹੈ ਜਾਂ ਮੇਰਾ ਸਰੀਰ ਨਹੀਂ ਇਸ ਤਰ੍ਹਾਂ ਕਈ ਵਾਰੀ ਚੱਲਦਾ ਅਤੇ ਉਹ ਇਸ ਤਰ੍ਹਾਂ ਫੰਬਲ ਹੋ ਜਾਂਦਾ ਮੇਰੇ ਤੋਂ ਸ਼ਬਦਾਂ ਦਾ। ਪਰ ਜਦੋਂ ਬਰਨਾਲੇ ਰੈਲੀ ਸੀਗੀ ਕੇਜਰੀਵਾਲ ਹੋਣਾ ਦੀ, ਅਤੇ ਉਹਦੇ ਵਿੱਚ ਭਗਵੰਤ ਮਾਨ ਹੋਣਾ ਨੇ ਰੈਲੀ ਦੇ ਵਿੱਚ ਜਦੋਂ ਸਹੁੰ ਖਾਧੀ ਸੀ ਆਪਣੀ ਮਾਂ ਦੀ ਵੀ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਵਾਂਗਾ, ਅਤੇ ਉਹਦੇ ਵਿੱਚ ਇਹ ਸਾਬਤ ਹੋਇਆ ਸੀ ਵੀ ਭਗਵੰਤ ਮਾਨ ਜਿਹੜੇ ਸੀ ਉਹ ਸ਼ਰਾਬ ਪੀਣ ਦੇ ਆਦੀ ਸੀਗੇ। ਅਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਧਿਆਨ ਖਿੱਚਿਆ ਸੀ ਲੋਕਾਂ ਦਾ ਵੀ ਜੋ ਪਹਿਲਾਂ ਹੋਇਆ ਸੀ ਉਹ ਵਾਕਈ ਕਿਤੇ ਨਾ ਕਿਤੇ ਉਹਦੇ 'ਚ ਕਿਤੇ ਨਾ ਕਿਤੇ ਮਾੜਾ ਮੋਟਾ ਸ਼ਬਦੀ ਜਿਹੜਾ ਸੀਗਾ ਉਹ ਸੱਚਾਈ ਜ਼ਰੂਰ ਸੀਗੀ। ਪਰ ਫਿਰ ਇਹ ਗੱਲ ਆ ਜਾਂਦੀ ਹੈ ਕਿ ਜਦੋਂ ਤੱਕ ਉਹ ਚੀਜ਼ ਦਾ ਜਿਹੜਾ ਉਹ ਟੈਸਟ ਨਾ ਹੋ ਜੇ ਉਦੋਂ ਤੱਕ ਕਿਸੇ ਦੇ ਉੱਤੇ ਇਲਜ਼ਾਮ ਲਾਉਣਾ ਜਿਹੜਾ ਉਹ ਸਹੀ ਗੱਲ ਨਹੀਂ ਹੁੰਦੀ। ਪਰ ਜੇਕਰ ਆਪਾਂ ਵਿਰੋਧੀ ਧਿਰਾਂ ਦੀ ਦੇਖੀਏ ਤਾਂ ਵਿਰੋਧੀ ਧਿਰਾਂ ਕੋਲ ਇਸ ਵੇਲੇ ਮੁੱਦਾ ਕੋਈ ਨਹੀਂ ਹੈ, ਕਿਉਂਕਿ ਤਾਜ਼ੀ ਜਿਹੜੀ ਸਰਕਾਰ ਬਣੀ ਹੈ। ਅਤੇ ਜੇਕਰ ਆਪਾਂ ਸੁਖਬੀਰ ਸਿੰਘ ਬਾਦਲ ਹੋਣਾ ਦੀ ਗੱਲ ਲੈ ਲਈਏ, ਚਾਹੇ ਤੁਸੀਂ ਦੂਜੀਆਂ ਕਾਂਗਰਸ ਪਾਰਟੀ ਦੇ ਕੁਛ ਲੋਕਾਂ ਦੀ ਗੱਲ ਲੈ ਲਈਏ, ਜਿਵੇਂ ਆਸ਼ੂ ਹੋਣਾ ਨੇ ਪਿੱਛੇ ਜਿਹੇ ਬਿਆਨ ਦਿੱਤਾ ਸੀਗਾ ਵੀ ਨਵੀਂ ਸਰਕਾਰ ਬਣੀ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਕੰਮ ਕਰ ਲੈਣ ਦਿਓ, ਆਪਾਂ ਹਲੇ ਇਹਨਾਂ ਦੇ ਬਾਰੇ ਟਿੱਪਣੀ ਕਰਦੇ ਚੰਗੇ ਨਹੀਂ ਲੱਗਦੇ। ਪਰ ਕਿਉਂਕਿ ਮੁੱਦਾ ਹੀ ਥੋੜ੍ਹਾ ਜਿਹਾ ਵੱਖਰਾ ਚੁੱਕ ਲਿਆ ਗਿਆ ਅਤੇ ਫਿਰ ਉਸ ਨੂੰ ਲੈ ਕੇ ਉਹਦੇ ਆਲੇ ਦੁਆਲੇ ਘੁੰਮ ਲਏ ਵੀ ਸ਼ਰਾਬ ਨੂੰ ਮੁੱਦਾ ਬਣਾ ਕੇ ਉਹਦੇ ਆਲੇ ਦੁਆਲੇ ਸਾਰਾ ਕੁਝ ਕਹਿਤਾ ਜੋ ਕਹਿਣਾ ਚਾਹੁੰਦੇ ਸੀਗੇ। ਅਤੇ ਉਹ ਕਿਤੇ ਨਾ ਕਿਤੇ ਸਾਬਤ ਕਰਦਾ ਹੈਗਾ ਵੀ ਮੁੱਦਿਆਂ ਦੀ ਤਲਾਸ਼ ਵਿੱਚ ਭਟਕ ਰਹੇ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਠਹਿਰਾਓ ਮਿਲਿਆ ਸ਼ਰਾਬ ਵਾਲੇ ਮੁੱਦੇ ਦੇ ਉੱਤੇ। ਅਤੇ ਸ਼ਰਾਬ ਵਾਲਾ ਮੁੱਦਾ ਜਿਹੜਾ ਉਹਦੇ 'ਤੇ ਵਿਰਸਾ ਸਿੰਘ ਵਲਟੋਹਾ ਉਹਨਾਂ ਨੇ ਵੀ ਵੱਖਰਾ ਬਿਆਨ ਦਿੱਤਾ ਹੈਗਾ, ਉਹਦੇ 'ਤੇ ਵਿਰੋਧੀ ਧਿਰਾਂ ਦੇ ਹੋਰ ਵੀ ਆਗੂ ਰਾਜਕੁਮਾਰ ਵੇਰਕਾ ਉਹਨਾਂ ਨੇ ਵੀ ਵੱਖਰਾ ਬਿਆਨ ਦਿੱਤਾ। ਉਹਨਾਂ ਨੇ ਕੀ ਕਿਹਾ ਇਹ ਸਾਰਿਆਂ ਨੂੰ ਮੀਡੀਆ ਦੇ ਵਿੱਚ ਆ ਚੁੱਕਿਆ ਹੈਗਾ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਭਗਵੰਤ ਮਾਨ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ ਸੀ, ਇਹ ਸਾਬਤ ਕਿਵੇਂ ਹੋਊਗਾ? ਇਹ ਸਾਬਤ ਕਰਨ ਲਈ ਜਿਹੜਾ ਉਹਦੇ ਵਾਸਤੇ ਇੱਕ ਟੈਸਟ ਹੁੰਦਾ ਜਿਹੜਾ ਕਿ ਉਹ ਚਾਹੇ ਤੁਸੀਂ ਉਹਦੇ 'ਚ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਾਸਤੇ ਫੂਕ ਮਾਰਨ ਵਾਲਾ ਟੈਸਟ ਹੋਵੇ, ਅਤੇ ਚਾਹੇ ਤੁਸੀਂ ਉਹਨਾਂ ਦਾ ਬਲੱਡ ਟੈਸਟ ਹੁੰਦਾ ਜਿਹੜਾ ਜਿਹਦੇ ਵਿੱਚ ਸ਼ਰਾਬ ਆ ਜਾਂਦੀ ਹੁੰਦੀ ਹੈ ਉਹ ਟੈਸਟ ਹੋਵੇ। ਦੋਵੇਂ ਟੈਸਟਾਂ ਤੋਂ ਪਤਾ ਲੱਗ ਸਕਦਾ ਹੁੰਦਾ। ਅਤੇ ਟੈਸਟ
ਜਿਵੇਂ ਕਹਿੰਦੇ ਨੇ ਵੀ ਬਿੱਲੀ ਦੇ ਗਲ ਟੱਲੀ ਬੰਨੂ ਕੌਣ, ਉਹ ਕਹਾਣੀ ਹੈ ਕਿ ਹੁਣ ਮੁੱਖ ਮੰਤਰੀ ਦਾ ਟੈਸਟ ਕਰਵਾਏਗਾ ਕੌਣ। ਪਰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਉਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਭਗਵੰਤ ਮਾਨ ਉਹਨਾਂ 'ਤੇ ਲੱਗੇ ਨੇ, ਹੋਰ ਵੀ ਬਹੁਤ ਸਾਰੇ ਲੋਕਾਂ ਦੇ ਦੋਸ਼ ਲੱਗਦੇ ਰਹਿੰਦੇ ਨੇ ਵੀ ਕਿਉਂ ਨਾ ਇੱਕ ਅਜਿਹਾ ਰੂਲ ਬਣਾ ਦਿੱਤਾ ਜਾਵੇ ਵੀ ਕੋਈ ਜਿੱਦਾਂ ਵਿਧਾਨ ਸਭਾ ਦੇ ਅੰਦਰ ਜਾਂ ਸੰਸਦ ਦੇ ਵਿੱਚ ਜੇ ਕਿਸੇ ਨੇ ਐਂਟਰ ਕਰਨਾ ਤਾਂ ਉਹਦੇ ਡੋਪ ਟੈਸਟ ਹੋਣੇ ਜ਼ਰੂਰੀ ਨੇ, ਜਾਂ ਉਹਨਾਂ ਦਾ ਜਿਹੜਾ ਬਲੱਡ ਟੈਸਟ ਹੋਣਾ ਜ਼ਰੂਰੀ ਆ ਵੀ ਉਹਨਾਂ 'ਚ ਕੁਝ ਜਿਹੜਾ ਉਹਨਾਂ ਨਸ਼ੀਲਾ ਪਦਾਰਥ ਤਾਂ ਨਹੀਂ ਲਿਆ ਹੋਇਆ। ਤਾਂ ਉਹ ਸ਼ਾਇਦ ਬਿਹਤਰ ਹੋਏਗਾ, ਉਹਦੇ ਨਾਲ ਸ਼ਾਇਦ ਕਿਤੇ ਜਿਹੜਾ ਉਹ ਸੁਧਾਰ ਹੋ ਸਕਦਾ। ਇਹਦੇ ਵਿੱਚ ਜਿਸ ਤਰ੍ਹਾਂ ਵਾਡਾ ਅਤੇ ਨਾਡਾ ਦੀਆਂ ਟੀਮਾਂ ਹੁੰਦੀਆਂ ਨੇ, ਵਰਲਡ ਡੋਪਿੰਗ ਟੈਸਟਿੰਗ ਜਿਹੜੀ ਅਥਾਰਟੀ ਵਾਲੇ ਨੇ, ਉਹ ਡੋਪਿੰਗ ਵਾਲੇ ਨੇ ਅਤੇ ਨੈਸ਼ਨਲ ਡੋਪਿੰਗ ਵਾਲੇ ਨੇ, ਇਹਨਾਂ ਦੀਆਂ ਟੀਮਾਂ ਕਦੇ ਵੀ ਛਾਪਾ ਮਾਰ ਕੇ ਜਦੋਂ ਉਹਦਾ ਟੈਸਟ ਲੈ ਕੇ ਅਤੇ ਉਹਦੇ ਵਿੱਚ ਉਹ ਕਰ ਲੈਂਦੀਆਂ ਨੇ। ਜੇਕਰ ਇੱਦਾਂ ਦਾ ਪੋਲੀਟੀਸ਼ੀਅਨਸ ਦੇ ਵਿੱਚ ਵੀ ਇੱਦਾਂ ਦਾ ਕਰ ਲਿੱਤਾ ਜਾਵੇ ਵੀ ਉਹ ਕਿਉਂਕਿ ਜਨਤਾ ਦੇ ਨੁਮਾਇੰਦੇ ਨੇ ਅਤੇ ਜਨਤਾ ਦੇ ਨੁਮਾਇੰਦਿਆਂ ਨੂੰ ਜਿਹੜਾ ਜਨਤਾ ਦੇ ਵਿੱਚ ਜਿਹੜਾ ਇੱਕ ਪ੍ਰੋਟੋਕੋਲ ਦੇ ਤਹਿਤ ਜਿਹੜਾ ਉਹਨਾਂ ਨੂੰ ਜਾਣਾ ਚਾਹੀਦਾ, ਕਿਉਂਕਿ ਜਨਤਾ ਨੇ ਉਹਨਾਂ ਨੂੰ ਚੁਣ ਕੇ ਬੜੀਆਂ ਆਸਾਂ ਉਮੀਦਾਂ ਨਾਲ ਕਰਨਾ, ਅਤੇ ਉਹਨਾਂ ਦੇ ਵੀ ਡੋਪ ਟੈਸਟ ਜੇ ਕੰਪਲਸਰੀ ਕਰ ਦਿੱਤੇ ਜਾਣ ਅਤੇ ਜੇਕਰ ਉਹ ਡੋਪ ਟੈਸਟ 'ਚ ਫੇਲ ਹੁੰਦੇ ਨੇ ਅਤੇ ਫਿਰ ਉਹਨਾਂ ਨੂੰ ਰਾਜਨੀਤੀ ਤੋਂ ਬੈਨ ਕਰ ਲਿੱਤਾ ਜਾਵੇ 2 ਸਾਲ ਲਈ ਜਾਂ 4 ਸਾਲ ਲਈ, ਅਤੇ ਉਹ ਫਿਰ ਕਿਤੇ ਨਾ ਕਿਤੇ ਸੁਧਾਰ ਲਿਆ ਸਕਦੀਆਂ ਨੇ ਚੀਜ਼ਾਂ। ਪਰ ਆਹ ਦੋਸ਼ ਲਾਉਣਾ ਜੀ ਉਹਨੇ ਐਂ ਕਰਤਾ ਉਹ ਕਰਤਾ, ਉਹ ਚੀਜ਼ਾਂ ਕਿਤੇ ਵੀ ਮਾਇਨੇ ਨਹੀਂ ਰੱਖਦੀਆਂ। ਉਹ ਫੂਕ ਮਾਰ ਕੇ ਹਵਾ 'ਚ ਉੱਡ ਜਾਣਗੀਆਂ। ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਬਿਆਨ ਦਿੱਤਾ ਵੀ ਅਜਿਹਾ ਸਭ ਝੂਠ ਹੈਗਾ, ਇਹ ਸਭ ਗਲਤ ਹੈਗਾ, ਇਹ ਪ੍ਰੋਪੇਗੈਂਡਾ ਹੈਗਾ। ਇਹ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਹੋਰ ਗੱਲ ਵੀ ਕੀਤੀ ਹੈ। ਬੀਜੇਪੀ ਦਿੱਲੀ ਦੇ ਵੱਲੋਂ ਇੱਕ ਟਵੀਟ ਆਇਆ ਸੀਗਾ ਕਿ ਕੇਜਰੀਵਾਲ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਹਿੰਦੇ 82 ਕਮਾਂਡੋ ਨੇ ਉਹ ਪੰਜਾਬ ਦੀ ਫੋਰਸ ਦੇ ਵਿੱਚੋਂ ਲੈ ਕੇ ਲਾਏ ਗਏ ਨੇ। ਅੱਜ ਸਵੇਰੇ ADGP ਪੰਜਾਬ ਕਮਾਂਡੋ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਐਸਾ ਕੁਛ ਨਹੀਂ ਹੋਇਆ ਪੰਜਾਬ ਦਾ। ਕਹਿੰਦੇ ਇੱਕ ਵੀ ਜਿਹੜਾ ਅਧਿਕਾਰੀ ਹੈ ਪੁਲਿਸ ਦੇ ਰਿਲੇਟਡ ਜਾਂ ਕਮਾਂਡੋ ਦੇ ਰਿਲੇਟਡ ਕਹਿੰਦੇ ਦਿੱਲੀ ਜਾਂ ਅਰਵਿੰਦ ਕੇਜਰੀਵਾਲ ਉਹਨਾਂ ਦੇ ਕੋਲੇ ਡਿਊਟੀ ਨਹੀਂ ਕਰ ਰਿਹਾ। ਅੱਜ ਫੇਰ ਸ਼ਾਮ ਨੂੰ ਜਦੋਂ ਰੈਲੀ ਦੇ ਵਿੱਚ ਬੋਲ ਰਹੇ ਨੇ ਬਾਦਲ ਸਾਹਿਬ ਹੋਣੀ, ਉਹ ਕਹਿੰਦੇ ਨੇ ਕਿ ਪੰਜਾਬ ਦੇ ਕਹਿੰਦੇ 90 ਜਿਹੜੇ ਕਮਾਂਡੋ ਨੇ ਉਹ ਗਏ ਹੋਏ ਨੇ, ਉਹਨਾਂ ਨੇ 8 ਹੋਰ ਪਾ ਲਏ, ਅਤੇ ਕਹਿੰਦੇ ਇਹ ਦੇਖੋ ਜੀ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ। ਹੁਣ ਕੱਲ੍ਹ BJP ਨੇ ਟਵੀਟ ਕਰਿਆ, ਅੱਜ ਸਵੇਰੇ ਕਲੈਰੀਫਿਕੇਸ਼ਨ ਪੰਜਾਬ ਪੁਲਿਸ ਵੱਲੋਂ ਆ ਗਈ। ਸ਼ਾਮ ਨੂੰ ਦੁਬਾਰਾ ਇਹੀ ਗੱਲ ਕਰਨਾ ਕਿ ਫਿਰ ਇਹ ਉਹ ਗੱਲ ਕਿੱਥੇ ਤੱਕ ਵਾਜਬ ਹੈ। ਪਲੱਸ ਇਹ ਜਿਹੜਾ ਉਹਨਾਂ ਦਾ ਦੂਜਾ ਦਾਅਵਾ ਹੈ ਸ਼ਰਾਬ ਵਾਲਾ, ਉਹਨੂੰ ਕਿਤੇ ਨਾ ਕਿਤੇ ਉਹ ਕਾਊਂਟਰਫਿਟ ਨਹੀਂ ਕਰ ਰਹੀ ਕਿ ਇੱਕ ਪਾਸੇ ਜਦੋਂ ਕਹਿਣਗੇ ਵੀ ਲੋਕੀ ਦੇਖੋ ਜੀ ਜੇ ਇਹ ਗੱਲ ਦੇ ਬਾਰੇ ਇਹ ਬਿਆਨ ਹੈ ਜਿਹੜਾ ਉਹ ਗਲਤ ਹੈ ਤਾਂ ਦੂਜਾ ਬਿਆਨ ਵੀ ਹੋ ਸਕਦਾ। ਦੇਖੋ, ਜਿੱਦਾਂ ਭਗਵੰਤ ਮਾਨ ਹੋਣਾ ਦੇ ਉੱਤੇ ਸ਼ਰਾਬ ਪੀਣ ਦੇ ਦੋਸ਼ ਲੱਗਦੇ ਨੇ, ਸਰੇਆਮ ਲੱਗਦੇ ਨੇ, ਇੱਦਾਂ ਹੀ ਸੁਖਬੀਰ ਬਾਦਲ ਸਾਹਿਬ ਦੇ ਉੱਤੇ ਅਫੀਮ ਖਾਣ ਦੇ ਵੀ ਦੋਸ਼ ਲੱਗੇ ਸੀਗੇ ਪਿੱਛੇ ਜਿਹੇ। ਉਹ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਏ ਨੇ ਅਤੇ ਉਹ ਵੀ ਚੀਜ਼ਾਂ ਹੋਈਆਂ ਨੇ। ਅਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਵੀ ਜਿਹੜੇ ਸੁਖਬੀਰ ਬਾਦਲ ਹੋਣਾ 'ਤੇ ਦੋਸ਼ ਲੱਗੇ ਹੋਣ ਉਹ ਸਹੀ ਹੋਣ, ਜਾਂ ਇਹ ਦੋਸ਼ ਜ਼ਰੂਰੀ ਨਹੀਂ ਹੈਗਾ ਕਿ ਇਹਨਾਂ 'ਤੇ ਦੋਸ਼ ਲੱਗੇ ਹੋਣ ਅਤੇ ਇਹ ਸਹੀ ਹੋਏ। ਇਹਦਾ ਇੱਕੋ ਹੱਲ ਹੈ ਕਿ ਉਹਦਾ ਡੋਪ ਟੈਸਟ ਜਿਹੜੇ ਇਹਨਾਂ ਦੇ ਕੰਪਲਸਰੀ ਕਰ ਦਿੱਤੇ ਜਾਣ ਅਤੇ ਅਚਾਨਕ ਛਾਪਾ ਮਾਰ ਕੇ ਇਹਨਾਂ ਦਾ ਡੋਪ ਟੈਸਟ ਕੀਤਾ ਜਾਵੇ। ਇਹ ਜ਼ਰੂਰੀ ਆ ਮੇਰੇ ਹਿਸਾਬ ਨਾਲ, ਜੇ ਇਹਨਾਂ ਦਾ ਕੋਈ ਹੱਲ ਕੱਢਣਾ। ਚੋਣ ਕਮਿਸ਼ਨ ਦੀ ਕੋਈ ਨਾ ਕੋਈ ਬਾਡੀ ਹੋ ਸਕਦੀ ਹੈ, ਕੋਈ ਵੀ ਬਾਡੀ, ਅਦਾਲਤੀ ਬਾਡੀ ਹੋ ਸਕਦੀ ਹੈ। ਅਦਾਲਤ ਵੱਲੋਂ ਜਿਸ ਤਰ੍ਹਾਂ ਵਾਰੰਟ ਅਫਸਰ ਭੇਜੇ ਜਾਂਦੇ ਨੇ ਛਾਪਾ ਮਾਰ ਕੇ ਚੈਕਿੰਗ ਕਰਨ, ਬਿਲਕੁਲ ਇੰਡੀਪੈਂਡੈਂਟ ਜਿਹੜੀ ਆ ਉਹਨਾਂ ਨੂੰ ਹੋਵੇ ਚਾਰਜ ਉਹਨਾਂ ਕੋਲ, ਅਤੇ ਉਹ ਹੋ ਸਕਦੀਆਂ ਨੇ। ਬਟ ਦੂਜੇ ਪਾਸੇ ਜਿੱਦਾਂ ਸੁਖਬੀਰ ਬਾਦਲ ਹੋਣੀ ਕਹਿ ਰਹੇ ਨੇ ਕਿ ਇਹਨਾਂ ਨੇ ਕਮਾਂਡੋ ਜਿਹੜੇ 80 ਕਮਾਂਡੋ ਤੋਂ 90 ਬਣ ਗਏ, 82 ਤੋਂ ਕੁਛ ਹੋਰ ਹੀ ਬਣ ਗਿਆ, ਮਤਲਬ ਚੌਲ ਦਿੱਤੇ ਸੀ ਅਤੇ ਖਿਚੜੀ ਬਣ ਕੇ ਸਾਹਮਣੇ ਆ ਗਈ। ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਬਾਰੇ ਜਦੋਂ ADGP ਸਿਕਿਉਰਿਟੀ ਜਿਹੜੇ ਨੇ ਜੇ ਉਹ ਬਿਆਨ ਦੇ ਦਿੰਦੇ ਨੇ ਵੀ ਸਾਡੇ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਕੀਤਾ ਗਿਆ, ਤਾਂ ਫਿਰ ਉਹ ਕਿਤੇ ਨਾ ਕਿਤੇ ਕਾਗਜ਼ੀ ਤੌਰ ਦੇ ਉੱਤੇ ਪੱਕੇ ਨੇ। ਉਹ ਇਹ ਨਹੀਂ ਹੈਗਾ ਵੀ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਕੁਛ ਹੈ ਅਤੇ ਉਹਦੇ ਵਿੱਚ ਬੋਲ ਕੁਛ ਰਹੇ ਨੇ। ਕਾਗਜ਼ਾਂ ਦੇ ਵਿੱਚ ਜੋ ਕੁਛ ਹੋਏਗਾ, ਜੇ ਉਹ ਕਿਤੇ ਕਮਾਂਡੋ ਦੀ ਡਿਊਟੀ ਲੱਗੀ ਹੋਏਗੀ ਤਾਂ ਉਹਨਾਂ ਦੇ ਉਹ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਪਾਉਣੇ ਪੈਣਗੇ ਨਾ ਵੀ ਇਹ ਡਿਊਟੀ ਫਲਾਣੀ ਜਗ੍ਹਾ 'ਤੇ ਡਿਊਟੀ ਦੇ ਰਹੇ ਨੇ ਕਮਾਂਡੋ। ਇਹ ਐਦਾਂ ਥੋੜ੍ਹੀ ਹਵਾ ਦੇ ਵਿੱਚ ਹੀ ਜਿਹੜੇ ਕਮਾਂਡੋ ਤੁਰੇ ਪੈਣਗੇ। 80 ਕਮਾਂਡੋ ਥੋੜ੍ਹੇ ਨਹੀਂ ਹੁੰਦੇ। ਸੁਖਬੀਰ ਬਾਦਲ ਨੇ 10 ਹੋਰ ਪਾਤੇ, 90 ਹੋ ਗਏ। ਇਹ ਥੋੜ੍ਹੇ ਨਹੀਂ ਹੁੰਦੇ, ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਪੂਰਾ ਜਿਹੜਾ ਥਾਣੇ ਦੇ ਵਿੱਚ ਵੀ ਮੈਨੂੰ ਲੱਗਦਾ ਇੰਨੇ ਜਿਹੜੇ ਉਹ ਨਹੀਂ ਹੁੰਦੇ ਹੈਗੇ, ਮੁਲਾਜ਼ਮ ਨਹੀਂ ਹੁੰਦੇ ਜਿੰਨੇ ਮਾੜੇ ਥਾਣੇ ਦੇ ਵਿੱਚ ਤਾਂ ਜਿਹੜੀ 30-40 ਮੁਲਾਜ਼ਮ ਹੀ ਹੁੰਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਨੇ। ਅਤੇ ਜਦੋਂ ADGP ਸਿਕਿਉਰਿਟੀ ਨੇ ਜਿਹੜੀਆਂ ਇਹ ਚੀਜ਼ਾਂ ਦਾ ਬਿਆਨ ਦੇ ਦਿੱਤਾ ਤਾਂ ਫਿਰ ਇਹਦੇ ਪਿੱਛੇ ਕੋਈ ਕਾਰਨ ਨਹੀਂ ਰਹਿੰਦਾ। ਹਾਂ, ਇੱਕੋ ਚੀਜ਼ ਹੈ, ਜੇ ਇਹਨਾਂ ਨੂੰ ਸਾਬਤ ਕਰਨਾ ਤਾਂ ਫਿਰ ਇਹਦੇ ਬਾਰੇ RTI ਦੇ ਵਿੱਚ ਮੰਗਿਆ ਜਾਵੇ ਵੀ ਉਹਦੇ ਬਾਰੇ ਠੋਸ ਜਿਹੜੀਆਂ ਗੱਲਾਂ ਕਰਕੇ ਉਹਦੇ ਵਿੱਚ ਉਹਦਾ ਜਵਾਬ ਮੰਗਿਆ ਜਾਵੇ। ਅਤੇ ਉਹ ਜੇ ਜਵਾਬ ਆਵੇ ਅਤੇ ਉਸ ਨੂੰ ਜਿਹੜਾ ਅਸਲੀਅਤ ਦੇ ਨਾਲ ਜੇ ਕੋਈ ਟੈਲੀ ਕਰ ਲੈਂਦੇ ਨੇ ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹਦੇ 'ਚ ਸਾਬਤ ਕੀਤੀਆਂ ਜਾਂਦੀਆਂ। ਬਟ ਇਹ ਭੁੱਲਣ ਨਾ
ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਸਾਹਿਬ ਜਿਹੜੇ ਨੇ ਕਿਸੇ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਨੇ, ਤੇ ਜੇਕਰ ਉਸ ਟਾਈਮ ਦੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਹੋਣਗੀਆਂ ਤਾਂ ਨਵੀਂ ਸਰਕਾਰ ਨੇ ਆ ਕੇ ਉਹਨੂੰ ਖੋਲ੍ਹ ਲੈਣਾ ਪੁਰਾਣਾ, ਵੀ ਬੋਲੋ ਜੀ ਇਹ ਕਿੱਥੇ ਕੀ ਹੋਇਆ ਸੀਗਾ। ਇੱਦਾਂ ਹੀ ਜੇਕਰ ਇਹਨਾਂ ਨੇ ਵੀ ਕੋਈ ਝੂਠ ਬੋਲਿਆ ਹੋਏਗਾ ਤੇ ਸਰਕਾਰਾਂ ਤਾਂ ਬਦਲਦੀਆਂ ਰਹਿਣਗੀਆਂ, ਅਗਲੀ ਵਾਰੀ ਘੇਰ ਲੈਣਾ, ਕਿਹੜਾ ਦੂਰ ਹੈਗਾ। ਤਾਂ 5 ਸਾਲ ਕਹਿੰਦਾ ਨਾਈਆ ਕਿੰਨੇ ਕੁ ਵਾਲ, ਕਹਿੰਦਾ ਰੁਕ ਜਾ, ਕਹਿੰਦਾ ਹੁਣੇ ਮੁੰਨ ਕੇ ਸਾਹਮਣੇ ਧਰ ਦਾਂਗਾ। ਇਹ ਗੱਲ ਹੈ AK ਪਾਂਡੇ ਉਹਨਾਂ ਦਾ ਜਿਹੜਾ ਬਿਆਨ ਆਉਣ ਤੋਂ ਪਹਿਲਾਂ ADGP ਉਹਨਾਂ ਦਾ, ਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਸੀਗਾ। ਉਹਨਾਂ ਨੇ ਕਿਹਾ ਦੇਖੋ ਜੀ ਜਿਹੜਾ VIP ਕਲਚਰ ਦੀ ਦੁਹਾਈ ਦਿੰਦੇ ਸੀ ਕੇਜਰੀਵਾਲ ਹੋਣਾ ਵੀ, ਤੇ ਨਾਲ ਦੀ ਨਾਲ ਭਗਵੰਤ ਮਾਨ ਹੋਣੀ ਵੀ, ਕਹਿੰਦੇ ਬੜੀ ਉਹਨਾਂ ਦੋਨਾਂ ਲਈ ਸ਼ਰਮ ਦੀ ਗੱਲ ਆ। ਕਹਿੰਦੇ ਵੀ ਜਿਹੜਾ ਇਹ ਪੂਰਾ ਕਹਿੰਦੇ ਸਵਾਂਗ ਰਚਾਇਆ ਸੀ, ਕਹਿੰਦੇ ਉਹਦਾ ਭਾਂਡਾ ਟੁੱਟ ਗਿਆ। ਪਰ ਉਹਨਾਂ ਨੇ ਨਾਲ ਇਹ ਜ਼ਰੂਰ ਲਿਖਤਾ ਸੀ ਕਿ ਜੇਕਰ ਇਹ ਖਬਰ ਸੱਚ ਹੈ ਤਾਂ। ਉਦੋਂ ਬਾਅਦ ਉਹਨਾਂ ਦਾ ਕੋਈ ਟਵੀਟ ਖੈਰ ਬਾਅਦ 'ਚ ਆਇਆ ਨਹੀਂ ਹੈਗਾ। ਪਰ ਇੱਥੇ ਗੱਲ ਹਾਸੋਹੀਣੀ ਤਾਂ ਪੈ ਜਾਂਦੀ ਹੈ ਕਿ ਇਹ ਉਹ ਕਾਂਗਰਸ ਪਾਰਟੀ ਦੇ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਭਾਣਜੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਕੋਲ ਕਮਾਂਡੋ ਹੁੰਦੇ ਸੀ, ਉਹਨਾਂ ਕੋਲੇ MLA ਦੇ ਜਿਹੜੇ ਸਟicker ਵਾਲੀ ਗੱਡੀ ਹੁੰਦੀ ਸੀ। ਨਾਲ ਹੀ ਇਲਜ਼ਾਮ ਲੱਗਦੇ ਨੇ ਕਿ ਜਦੋਂ ਵੀ 26 ਜਨਵਰੀ ਹੁੰਦੀ ਸੀ ਜਾਂ 15 ਅਗਸਤ ਹੁੰਦੀ ਸੀ ਤੇ SSP DGP ਨੂੰ ਸਾਈਡ ਦੇ ਉੱਤੇ ਕਰਕੇ ਤੇ ਭਤੀਜਾਵਾਦ ਫਿਰ ਨਾਲ ਖੜੇ ਹੁੰਦੇ ਸੀਗੇ, ਤੇ ਨਾਲੇ ਉਹ ਮੈਡਲ ਵੀ ਲੈਂਦੇ ਸੀ ਜਿਵੇਂ ਓਲੰਪਿਕ ਜਿੱਤ ਕੇ ਆਏ ਆ। ਖੈਰ ਇਹਨਾਂ ਦੀ ਵੀ ਗੱਲ ਕਰ ਲੈਂਦੇ ਆ। ਇਹਨਾਂ ਨੂੰ ਅੱਜ 6 ਘੰਟੇ ਬਿਠਾਈ ਰੱਖਿਆ ED ਇਹਨਾਂ ਨੇ, ਇਨਫੋਰਸਮੈਂਟ ਡਾਇਰੈਕਟਰੇਟ ਨੇ 6 ਘੰਟੇ ਇਹਨਾਂ ਨਾਲ ਕੋਲੇ ਪੁੱਛਤਾਛ ਕੀਤੀ ਹੈ। ਤੇ ਸੂਤਰਾਂ ਦੇ ਮੁਤਾਬਿਕ ED ਦੇ ਮੁਤਾਬਿਕ ਜਿਹੜੇ ਵਿਚਲੇ ਬੰਦੇ ਆ ਉਹ ਕਹਿੰਦੇ ਆ ਜੀ ਕਿ ਇਹਨਾਂ ਨੂੰ ਦੁਬਾਰਾ ਵੀ ਬੁਲਾਇਆ। ਜਦੋਂ ਚਰਨਜੀਤ ਚੰਨੀ ਉਹਨਾਂ ਨੂੰ ਪੁੱਛਿਆ ਵੀ ਕੀ ਤੁਹਾਨੂੰ ਦੁਬਾਰਾ ਪੁੱਛਤਾਛ ਲਈ ਬੁਲਾਇਆ, ਉਹ ਕਹਿੰਦੇ ਮੈਨੂੰ ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਦੇਖੋ ਚੰਨੀ ਉਹਨਾਂ ਨੂੰ ਬੁਲਾਇਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਇਹਦੇ 'ਚ ਕਾਫੀ ਵੱਡਾ ਰੌਲਾ ਪਿਆ ਹੈਗਾ। ਤੇ ਉਹਦੇ 'ਚ ਇਹਨਾਂ ਤੋਂ 6 ਘੰਟੇ ਜਿਹੜਾ ਪੁੱਛਤਾਛ ਲਈ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਉੱਥੇ ਹਾਜ਼ਰੀ ਲਈ ਹੈ। ਪਰ ਇਹਦੇ ਨਾਲ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਜਦੋਂ ਚੰਨੀ ਹੋਣੀ ਸੱਤਾ ਦੇ ਵਿੱਚ ਸੀਗੇ ਤਾਂ ਉਦੋਂ ਵੀ ਚੰਨੀ ਹੋਣਾ ਨੂੰ ਬੁਲਾਇਆ ਗਿਆ ਸੀਗਾ, ਪਰ ਉਦੋਂ ਉਹ ਹਾਜ਼ਰ ਨਹੀਂ ਹੋਏ ਸੀਗੇ। ਤੇ ਬਾਅਦ ਵਿੱਚ ਚੰਨੀ ਹੋਣਾ ਨੂੰ ਉਹਨਾਂ ਨੇ ਹੁਣ ਅੱਜ ਜਦੋਂ ਸੱਤਾ ਤੋਂ ਲੈ ਗਏ ਤਾਂ ਫਿਰ ਉਹ ਪੁਰਾਣੀਆਂ ਜਾਂਚਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਉਹ ਖੁੱਲ੍ਹ ਰਹੀਆਂ ਨੇ। ਤੇ ਉਹਦੇ ਵਿੱਚ ਉਹਨਾਂ ਤੋਂ ਜਾਣਕਾਰੀ ਮੰਗੀ ਗਈ ਹੈ ਕਿ ਕਿੰਨਾ ਤੁਹਾਡਾ ਆਪਣਾ ਸੀਗਾ, ਤੁਸੀਂ ਯਾਤਰਾਵਾਂ ਕਿੰਨੀਆਂ ਕੀਤੀਆਂ ਨੇ, ਮੁੱਖ ਮੰਤਰੀ ਦੇ ਆਫਿਸ 'ਚ ਉਹ ਕਿੰਨੀ ਵਾਰੀ ਗਏ ਨੇ, ਤੇ ਮਾਈਨਿੰਗ ਲਈ ਉਹਨਾਂ ਨੇ ਕਿੰਨੀਆਂ ਜਿਹੜੀਆਂ ਨੇ ਉਹ ਟਰਾਂਸਫਰ ਜਿਹੜੀਆਂ ਮਾਈਨਿੰਗ ਆਫਿਸਰਸ ਦੀਆਂ ਟਰਾਂਸਫਰ ਦੇ ਕਿੰਨੇ ਪੈਸੇ ਲਏ ਨੇ। ਤੇ ਉਹ ਚੀਜ਼ਾਂ ਜਿਹੜੀਆਂ ਨੇ ਕਾਫੀ ਕੁਛ ਨਿਕਲ ਕੇ ਸਾਹਮਣੇ ਆ ਰਿਹਾ। ਤਾਂ ED ਦਾ ਤਾਂ ਇਹ ਦਾਵਾ ਕਿ ਉਹ ਮੰਨ ਗਿਆ, ਚੰਨੀ ਦਾ ਜਿਹੜਾ ਭਾਣਜਾ ਹਨੀ ਹੈ ਉਹ ਮੰਨ ਗਿਆ ਵੀ ਮੈਂ ਇਹਦੇ 'ਚ ਪਤਾ ਨਹੀਂ 18 ਕਰੋੜ ਕੇ 12 ਕਰੋੜ ਰੁਪਏ ਪੈਸੇ ਲਿੱਤੇ ਨੇ ਉਹਨਾਂ ਤੋਂ, 10 ਕਰੋੜ ਰੁਪਏ ਨਹੀਂ ਵੀ ਉਹਦੇ ਵਾਸਤੇ ਪੈਸੇ ਲਿੱਤੇ ਨੇ, ਟਰਾਂਸਫਰਸ ਦੇ ਪੈਸੇ ਲਿੱਤੇ ਨੇ। ਮਾਈਨਿੰਗ ਆਫਿਸਰਸ ਮਨਪਸੰਦ ਦੇ ਮਾਈਨਿੰਗ ਆਫਿਸਰ ਲਾਉਣ ਲਈ ਪੈਸੇ ਲਿੱਤੇ ਤੇ ਮੁੱਖ ਮੰਤਰੀ ਦਾ ਨਾਮ ਜਿਹੜਾ ਉਹਦੇ 'ਚ ਇਸਤੇਮਾਲ ਕੀਤਾ ਗਿਆ। ਤੇ ਮਾਈਨਿੰਗ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾ ਦੇ ਉੱਤੇ ਦੋਸ਼ ਇਹ ਲੱਗਾ ਸੀਗਾ ਕਿ ਪੈਸਾ ਜਿਹੜਾ ਸੀਗਾ ਉਹ ਚਰਨਜੀਤ ਸਿੰਘ ਚੰਨੀ ਆਪਣਾ ਸਾਰਾ ਦਾ ਸਾਰਾ ਪੈਸਾ ਜਿਹੜਾ ਸੀ ਉਹ ਆਪਣੇ ਭਾਣਜੇ ਕੋਲ ਰੱਖਦੇ ਸੀਗੇ। ਤੇ ਇਲਜ਼ਾਮ ਜਿਹੜੇ ਸੀਗੇ ਉਹ ਕਾਫੀ ਗੰਭੀਰ ਸੀਗੇ। ਉਸ ਵੇਲੇ ਮੁੱਖ ਮੰਤਰੀ ਸੀ, ਇਸ ਕਰਕੇ ਕੁਝ ਜ਼ਿਆਦਾ ਕੀਤਾ ਨਹੀਂ ਗਿਆ। ਪਰ ਹੁਣ ED ਜਿਹੜਾ ਪੂਰਾ ਐਨ ਪੱਬਾਂ ਭਾਰ ਹੋਇਆ ਵਾ, ਤੇ ਇਸੇ ਬਹਾਨੇ ਉਹ ਕਾਂਗਰਸ ਨੂੰ ਘੇਰ ਰਹੇ ਨੇ ਵੀ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਸਾਬਕਾ ਮੁੱਖ ਮੰਤਰੀ ਆ, ਉਹਦੇ 'ਤੇ ਐਡੇ ਵੱਡੇ ਇਲਜ਼ਾਮ ਨੇ। ਸ਼ਾਇਦ ਇਹੀ ਚੀਜ਼ ਹੈ ਕਿ ਉਹਦੇ ਕਰਕੇ ਹੀ ਇਹਨਾਂ ਨੂੰ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਜਿਹੜਾ ਉਹ ਪ੍ਰਧਾਨ ਨਹੀਂ ਬਣਾਇਆ ਗਿਆ ਮੁੜ ਕੇ, ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਉੱਤੇ ਪੂਰੀ ਇੱਕ ਵਾਰ ਪੂਰੀ ਜਿਹੜੀ ਆ ਉਹ ਬਣ ਗਈ ਸੀ ਹਵਾ ਕਿ ਚਰਨਜੀਤ ਚੰਨੀ ਉਹਨਾਂ ਨੂੰ ਜਿਹੜਾ ਦਿੱਲੀ ਬੁਲਾ ਲਿਆ ਗਿਆ ਤੇ ਉਹਨਾਂ ਨੂੰ ਪ੍ਰਧਾਨ ਲਾ ਰਹੇ ਨੇ। ਤੇ ਉਹ ਲਾਉਣਾ ਬਣਦਾ ਵੀ ਸੀਗਾ ਕਿਉਂਕਿ ਮੁੱਖ ਮੰਤਰੀ ਨੂੰ ਬਣਾਇਆ ਗਿਆ ਸੀ। ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਵੀ ਜਿਹੜਾ ਸੀ ਸਿਰਫ ਮੁੱਖ ਮੰਤਰੀ ਦਾ ਜਿਹੜਾ ਸੀ 111 ਦਿਨ ਦਾ ਹੀ ਮਿਲਿਆ ਸੀਗਾ ਕਾਰਜਕਾਲ ਦਾ। ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਧਾਨਗੀ ਜਿਹੜੀ ਦਿੱਤੀ ਜਾਣੀ ਬਣਦੀ ਵੀ ਸੀਗੀ। ਬਟ ਉਹਨਾਂ ਨੂੰ ਇਸ ਕਰਕੇ ਨਹੀਂ ਲਾਇਆ ਗਿਆ ਕਿਉਂਕਿ ਉਹ ਜਿਹੜੇ ਉਹਨਾਂ ਦੇ ਉੱਤੇ ਇੱਕ ਬੜਾ ਗੰਭੀਰ ਜਿਹੜਾ ਇਲਜ਼ਾਮ ਚੱਲ ਰਿਹਾ ਸੀਗਾ। ਤੇ ਉਹ ਇਲਜ਼ਾਮ ਦੇ ਚੱਲਦਿਆਂ ਉਹਨਾਂ ਨੂੰ ਪਤਾ ਸੀਗਾ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਾਂਚ ਚੱਲਣੀ ਹੈ ਤੇ ਜਾਂਚ ਦੇ ਵਿੱਚ ਸਾਰਾ ਜਿਹੜਾ ਬੰਟਾ ਧਾਰ ਹੋ ਜਾਏਗਾ ਜੋ ਕੁਝ ਵੀ ਹੋਏਗਾ। ਸੋ ਇਹ ਕਾਫੀ ਗੰਭੀਰ ਮਸਲਾ ਸੀਗਾ ਤੇ ਇਹਨੂੰ ਲੈ ਕੇ ਹੁਣ ਜਿਹੜੀ ਜਾਂਚ ਅੱਗੇ ਵਧੀ ਹੈ ਜਦੋਂ, ਤੇ ਇਹ ਫੇਰ ਸੁਰਖੀਆਂ ਦੇ ਵਿੱਚ ਨੇ, ਹਨੀ ਵੀ ਸੁਰਖੀਆਂ 'ਚ। ਤੇ ਇਹ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਇਸ ਵੇਲੇ ਜਿਹੜਾ ਕਾਂਗਰਸ ਵੀ ਕਾਫੀ ਕਮਜ਼ੋਰ ਹੈ ਤੇ ਸਟੇਟ ਦੇ ਵਿੱਚ ਕਾਂਗਰਸ ਦੀ ਗੌਰਮੈਂਟ ਵੀ ਨਹੀਂ ਹੈਗੀ, ਪੰਜਾਬ 'ਚ ਵੀ ਅਪਾਟੋ ਧਾੜ ਹੋਈ ਪਈ ਹੈ, ਸੈਂਟਰ ਦੇ ਵਿੱਚ ਵੀ ਕੋਈ ਬਹੁਤ ਮਜ਼ਬੂਤੀ ਨਹੀਂ ਹੈਗੀ ਇਹਨਾਂ ਦੀ। ਉੱਥੇ ਵੀ G23 ਤੇ G20 ਦੇ ਜਿਹੜੇ ਉਹ ਵੱਖਰਾ ਬਣਿਆ ਹੋਇਆ। ਤੇ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਵਿਰੋਧੀ BJP ਨੂੰ, ਸੱਤਾਧਾਰੀ BJP ਨੂੰ ਜਿਹੜੀਆਂ ਇਸ ਚੀਜ਼ ਦਾ ਹੋਰ ਖੁੱਲ੍ਹ ਦਿੰਦੀ ਹੈ ਕਿ ਇਹ ਸਾਡਾ ਕੀ ਵਿਗਾੜ ਲੈਣਗੇ, ਇਹਨਾਂ ਨੂੰ ਜਿਹੜਾ ਪਬਲਿਕ ਦੇ ਸਾਹਮਣੇ ਲਿਆਂਦਾ ਜਾਵੇ। ਤੇ ਜੇ ਸੱਚੇ ਹੋਏ ਤਾਂ ਫਿਰ ਜ਼ਰੂਰ ਛੁੱਟ ਜਾਣਗੇ, ਜੇ ਕਿਤੇ ਨਾ ਕਿਤੇ ਗੜਬੜ ਹੋਈ ਤਾਂ ਫਿਰ ਉਹ ਇਹਨਾਂ ਨੂੰ ਭੁਗਤਣੀ ਪੈਣੀ ਹੈ ਜੀ। ਉਧਰ ਸੈਂਟਰ ਦੇ ਵਿੱਚ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਉੱਤੇ ਤੇ ਸੋਨੀਆ ਗਾਂਧੀ ਦੇ ਉੱਤੇ ਹੀ ਨਾਲ ਕਹਿੰਦੇ ਉਹਨਾਂ ਉੱਪਰ ਵੀ ED ਦੇ ਜਿਹੜੇ ਛਾਪੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੈਣਗੇ ਸੂਤਰਾਂ ਦੇ ਹਵਾਲੇ ਤੋਂ, ਇਹ ਖਬਰ ਵੀ ਹੈ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਉੱਤੇ ਕਹਿੰਦੇ ਇਹਨਾਂ ਦੇ ਆਪਣੇ ਉੱਤੇ ਵੀ ਫਿਲਹਾਲ ਤਾਂ ਇਹਨਾਂ ਦੇ ਭਤੀਜੇ ਉੱਤੇ ਚੱਲ ਰਿਹਾ, ਭਾਣਜੇ ਉੱਤੇ ਚੱਲ ਰਿਹਾ,
ਤੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਆਪਣੇ ਉੱਪਰ ਵੀ ਜਿਹੜਾ ਕੇਸ ਚੱਲਣ ਵਾਲਾ, ਕਿਉਂਕਿ ਜੰਗਲਾਤ ਮਹਿਕਮੇ ਦੇ ਨਾਲ ਤੇ ਮਾਈਨਿੰਗ ਮਹਿਕਮੇ ਦੇ ਨਾਲ, ਦੋਨਾਂ ਦੇ ਨਾਲ ਕਹਿੰਦੇ ਇਹਨਾਂ ਦੇ ਟਕਰਾਅ ਇਸ ਟਾਈਮ ਹੋ ਰਹੇ ਸੀਗੇ। ਉਹ ਐਵੇਂ ਕਹਿੰਦੇ ਆ ਕਿ ਮਾਈਨਿੰਗ ਹੈ ਜਿਹੜੀ ਉਹ ਜੰਗਲਾਤ ਦੇ ਕਿਸੇ ਵੀ ਜਿਹੜੀ ਰਾਖਵਾਂ ਏਰੀਆ ਉਹਦੇ ਵਿੱਚ ਨਹੀਂ ਹੋ ਸਕਦੀ, ਤੇ ਇਹਨਾਂ ਦੇ ਇਲਾਕੇ ਭਦੌੜ ਦੇ ਵਿੱਚ ਇਹ ਸਭ ਹੋ ਰਿਹਾ ਸੀਗਾ। ਦਰਸ਼ਕੋ, ਇਹ ਤੁਹਾਨੂੰ ਭੈੜੀਆਂ ਆਵਾਜ਼ਾਂ ਵਿੱਚ ਆ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਤੂਫਾਨ ਆ ਜਿਹੜਾ ਪਟਿਆਲੇ ਦੇ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਚੱਲ ਰਿਹਾ। ਸੋ ਇਸ ਕਰਕੇ ਇਹਨੂੰ ਤੁਹਾਨੂੰ ਥੋੜਾ ਜਿਹਾ ਬਰਦਾਸ਼ਤ ਕਰਨਾ ਪੈਣਾ, ਕਿਉਂਕਿ ਸਾਡਾ ਸਟੂਡੀਓ ਵੀ ਜਿਹੜਾ ਉਹ ਉੱਪਰ ਹੈ ਤੇ ਅਸੀਂ ਵੀ ਹਵਾ ਝੱਖੜ ਦੇ ਵਿੱਚ ਬੈਠ ਕੇ ਤੁਹਾਨੂੰ ਖਬਰਾਂ ਸੁਣਾ ਰਹੇ ਹਾਂ। ਸੋ ਵਾਪਸ ਟੌਪਿਕ ਤੇ ਆ ਜਾਂਦੇ ਆ ਜੀ ਕਿ ਇਹ ਸਾਰਾ ਮਾਮਲਾ ਫਿਰ ਕਾਂਗਰਸ ਦੇ ਕਿੱਥੇ ਤੱਕ ਪਹੁੰਚ ਜਾਂਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਣੀ ਨੇ ਜਿਹੜੇ, ਉਹਨਾਂ ਨੇ ਤਾਂ ਟਵੀਟ ਕਰਕੇ ਐਂ ਕਹਿ ਦਿੱਤਾ ਵੀ ਉਹਨਾਂ ਨੇ ਰੇਤ ਮਾਫੀਆ ਦੇ ਉੱਤੇ ਗੱਲ ਕੀਤੀ ਕਿ ਰੇਤ ਮਾਫੀਆ ਵਾਲੇ ਨੇ ਜਿਹੜੇ ਉਹ ਪੰਜਾਬ ਨੂੰ ਖਾ ਗਏ ਜੀ, ਤੇ ਇਹਨਾਂ ਨੇ ਜਿਹੜਾ ਕਹਿੰਦੇ ਸੱਤਾ ਦੇ ਵਿੱਚ ਰਹਿ ਕੇ ਤੇ ਇਹਨਾਂ ਨੇ ਬੜਾ ਉਹ ਜਿਹੜਾ ਪੁੱਠਾ ਸਿੱਧਾ ਪੰਜਾਬ ਦਾ ਹਿਸਾਬ ਕਰ ਦਿੱਤਾ, ਤੇ ਕਹਿੰਦੇ ਸਾਡੀ ਲੜਾਈ ਹੈ ਜਿਹੜੀ ਉਹ ਪੰਜਾਬ ਦੇ ਲਈ ਹੈ ਤੇ ਸਾਡੀ ਲੜਾਈ ਹਮੇਸ਼ਾ ਚੱਲਦੀ ਰਹੇਗੀ। ਸੋ ਇਹਨੂੰ ਆਪਾਂ ਕੀ ਐਵੇਂ ਦੇਖ ਸਕਦੇ ਹਾਂ ਕਿ ਇਹਨਾਂ ਦਾ ਜਿਹੜਾ ਦਿਲ ਦੇ ਵਿੱਚ ਇੱਕ ਟੀਸ ਸੀਗੀ ਕਿ ਚੰਨੀ ਕਰਕੇ ਮੈਂ ਜਿਹੜਾ ਚੰਨੀ ਬਾਈ, ਜਿਵੇਂ ਉਹ ਕਹਿੰਦੇ ਚੰਨੀ ਬਾਈ ਕਰਕੇ ਮੈਂ ਨਹੀਂ ਸੀਐਮ ਬਣ ਸਕਿਆ, ਤਾਂ ਹੁਣ ਉਹ ਟੀਸ ਵਿੱਚੋਂ ਕਿਤੇ ਉੱਠੀ ਹੈ। ਦੇਖੋ, ਜਿਵੇਂ ਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਹੁਣੇ ਤਾਜ਼ਾ ਜਦੋਂ ਰਾਜਾ ਵੜਿੰਗ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਗਈ ਹੈ, ਤਾਂ ਉਸ ਪ੍ਰਧਾਨਗੀ ਦੇ ਵਿੱਚ ਜਿਉਂ ਹੀ ਉਹ ਉੱਥੋਂ ਮੀਟਿੰਗ ਤੋਂ ਬਾਹਰ ਨਿਕਲ ਕੇ ਆਏ ਨੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਨਿਕਲਦੇ ਸਾਰ ਕਿਹਾ ਵੀ ਹੁਣ ਕੋਈ ਐ ਨਹੀਂ ਹੋਏਗਾ ਵੀ ਕੋਈ ਟਵੀਟ ਕਰਕੇ ਚੁੱਪ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਨਾ ਹੀ ਜਿਹੜਾ ਉਹ ਅਨੁਸ਼ਾਸਨ ਤੋਂ ਭੰਗ ਕਰੇਗਾ। ਉਹਦੇ 'ਚ ਟਵੀਟ ਦਾ ਜਿਹੜਾ ਸਿੱਧਾ ਜਿਹੜਾ ਦੋਸ਼ ਸੀਗਾ ਉਹ ਲੱਗਿਆ ਸੀਗਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ, ਇਹ ਮੰਨਿਆ ਜਾ ਰਿਹਾ ਸੀ। ਤੇ ਇਹਦੇ ਨਾਲ ਹੀ ਜੇਕਰ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਵੇਲੇ ਹਾਲਾਤ ਇਹ ਬਣ ਚੁੱਕੇ ਨੇ ਕਿ ਕਿਸੇ ਵੀ ਮਾਮਲੇ ਨੂੰ ਲੈ ਕੇ ਕਿਸੇ ਵੀ ਵੱਡੇ ਤੋਂ ਵੱਡੇ ਲੀਡਰ ਨੂੰ ਉਹ ਕੱਢਣ ਤੋਂ ਪਿੱਛੇ ਨਹੀਂ ਹਟਣਗੇ। ਪਰ ਨਵਜੋਤ ਸਿੰਘ ਸਿੱਧੂ ਦੇ ਜੇਕਰ ਟਵੀਟ ਨੂੰ ਅਗਰ ਆਪਾਂ ਧਿਆਨ 'ਚ ਦੇਖੀਏ ਤਾਂ ਉਹ ਕਿਤੇ ਨਾ ਕਿਤੇ ਵੀ ਸਿੱਧਾ ਹਮਲਾ ਨਹੀਂ ਹੈਗਾ, ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ 'ਤੇ ਸਿੱਧਾ ਕਰਦੇ ਰਹੇ ਨੇ, ਇੱਦਾਂ ਦਾ ਕੋਈ ਹਮਲਾ ਜਿਹੜਾ ਉਹ ਸਿੱਧਾ ਨਹੀਂ ਹੈਗਾ। ਉਹਨਾਂ ਨੇ ਚੰਨੀ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ, ਉਹਨਾਂ ਨੇ ਗੱਲ ਕੀਤੀ ਹੈ ਵੀ ਪੰਜਾਬ ਦੀ, ਤੇ ਗੱਲ ਕੀਤੀ ਹੈ ਜਿਹੜਾ ਮਾਫੀਏ ਦੀ, ਤੇ ਉਹ ਫਿਰ ਪੰਜਾਬ ਤੇ ਮਾਫੀਏ ਦੇ ਵਿੱਚ ਜੇਕਰ ਉਹਨਾਂ 'ਤੇ ਦੋਸ਼ ਲੱਗਦੇ ਨੇ ਵੀ ਹਾਂ ਜੀ ਇਹਨਾਂ ਨੇ ਚੰਨੀ ਦੇ ਉੱਤੇ ਅਟੈਕ ਕੀਤਾ, ਤਾਂ ਉਹ ਕਹਿਣਗੇ ਵੀ ਜੇ ਤਾਂ ਚੰਨੀ ਆਪਣੇ ਆਪ ਨੂੰ ਮਾਫੀਆ ਸਮਝਦੇ ਨੇ ਤਾਂ ਫਿਰ ਉਹ ਇਹਦੇ ਅਟੈਕ ਸਿੱਧਾ ਹੋ ਸਕਦਾ, ਪਰ ਇਹ ਅਟੈਕ ਤਾਂ ਹੈ ਨਹੀਂ ਇਹਦੇ 'ਚ। ਚੰਨੀ ਵਾਲੀ ਤਾਂ ਕੋਈ ਗੱਲ ਕੀਤੀ ਨਹੀਂ, ਅਸੀਂ ਤਾਂ ਮਾਫੀਏ ਦੀ ਗੱਲ ਕੀਤੀ ਹੈ। ਤਾਂ ਕੁੱਲ ਮਿਲਾ ਕੇ ਇਹ ਜਿਹੜਾ ਟਵੀਟ ਆਇਆ ਜਿੱਥੇ ਉਹਨੇ ਆਪਣਿਆਂ ਨੂੰ ਖਿੱਚ ਦਿੱਤਾ ਇਸ ਮਾਮਲੇ ਨੂੰ ਲੈ ਕੇ ਸਿੱਧੂ ਨੇ, ਉੱਥੇ ਦੂਜੇ ਪਾਸੇ ਜਿਹੜਾ ਉਹ ਜਿਹੜੇ ਮਾਫੀਆ ਦੇ ਵਿੱਚ ਲੋਕ ਨੇ ਉਹਨਾਂ ਨੂੰ ਵੀ ਜਿਹੜੇ ਕਾਫੀ ਇਹਦੇ ਵਿੱਚ ਖਿੱਚ ਕੇ ਤੇ ਆਪਣੀ ਹੋਂਦ ਜਤਾਈ ਆ ਵੀ ਮੈਂ ਹਾਲੇ ਖਤਮ ਨਹੀਂ ਹੋਇਆ, ਮੈਂ ਹਾਲੇ ਹੈਗਾ ਜੀ। ਉਹਨਾਂ ਨੇ ਇਹੀ ਲਿਖਿਆ, ਕਹਿੰਦੇ ਆਈ ਵਿਲ ਫਾਈਟ ਵਿਲ ਕੰਟੀਨਿਊ। ਤੇ ਅੱਗੇ ਗੱਲ ਕਰ ਲੈਂਦੇ ਹਾਂ ਜੀ ਸਾਧੂ ਸਿੰਘ ਧਰਮਸੋਤ ਉਹਨਾਂ ਦੀ। ਪਿਛਲੇ ਜਦੋਂ ਟੈਨਿਓਰ ਰਿਹਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ, ਉਸ ਟਾਈਮ ਉਹ ਮਿਨਿਸਟਰ ਰਹੇ ਨੇ ਤੇ ਕਾਫੀ ਕਦਾਵਰ ਨੇਤਾ ਰਹੇ ਨੇ ਕਾਂਗਰਸ ਦੇ ਇੱਧਰੋਂ ਨਾਭੇ ਵੱਲ ਦੇ, ਤੇ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀਗੇ। ਉਸ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਮੰਤਰੀ ਮੰਡਲ ਦੂਜਾ ਬਣਿਆ ਕੈਪਟਨ ਜਿਹੜਾ ਚਰਨਜੀਤ ਸਿੰਘ ਚੰਨੀ ਹੋਣਾ ਦਾ, ਉਹਨੂੰ ਉਸ ਟਾਈਮ ਉਹਨਾਂ ਨੂੰ ਉਹਦੇ ਵਿੱਚ ਜਗ੍ਹਾ ਨਹੀਂ ਮਿਲੀ ਸੀ, ਇਹ ਕਹਿੰਦੇ ਹੋਏ ਕਿ ਇਹਨਾਂ ਨੇ ਐਸਸੀ ਸਕਾਲਰਸ਼ਿਪ ਦੇ ਵਿੱਚ ਫੰਡ ਆਏ ਸੀਗੇ ਕੁਛ, ਕਹਿੰਦੇ ਉਹਨਾਂ ਦਾ ਹੇਰ ਫੇਰ ਹੋਇਆ ਇਹਨਾਂ ਦੀ ਨਿਗਰਾਨੀ ਦੇ ਹੇਠਾਂ। ਇਹ ਇਲਜ਼ਾਮ ਇਹਨਾਂ ਦੇ ਉੱਪਰ ਲੱਗੇ ਨੇ। ਅੱਜ ਭਗਵੰਤ ਮਾਨ ਉਹਨਾਂ ਨੂੰ ਪੁੱਛਿਆ ਜਾ ਰਿਹਾ ਸੀਗਾ ਕਿ ਤੁਸੀਂ ਆਪਣੇ ਬੰਦੇ ਉੱਥੇ ਕਿਉਂ ਭੇਜੇ ਜੀ, ਜਿਹੜੇ ਮੰਤਰੀ ਨੇ, ਤੇ ਉਹਨਾਂ ਦਾ ਜਵਾਬ ਦੇ ਰਹੇ ਸੀਗੇ ਉਹ ਵੀ ਗੱਲ ਆਪਾਂ ਕਰਾਂਗੇ। ਤੇ ਜਾਂਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਤਾ, ਕਹਿੰਦੇ ਵੀ ਜਲਦੀ ਕਹਿੰਦੇ ਤੁਹਾਨੂੰ ਜਿਹੜੇ ਧਰਮਸੋਤ ਹੋਣੇ ਨੇ, ਕਹਿੰਦੇ ਉਹ ਇਹ ਕਹਿੰਦੇ ਨਜ਼ਰ ਆਉਣਗੇ ਕਿ ਸਾਨੂੰ VIP ਸੈੱਲ ਦੁਆਰਾ ਦਿਓ, ਸਾਨੂੰ ਅਸੀਂ ਆਮ ਚੱਕੀ ਦੇ ਵਿੱਚ ਨਹੀਂ ਰਹਿਣਾ। ਸੋ ਇਹਦੇ ਕੀ ਮਾਇਨੇ ਕੱਢੇ ਜਾ ਸਕਦੇ ਨੇ ਆਉਣ ਵਾਲੀ ਸਿਆਸਤ ਦੇ ਲਈ? ਦੇਖੋ, ਇਹਦੇ ਵਿੱਚ ਸਿੱਧਾ ਜਿਹੜਾ ਉਹ ਮਤਲਬ ਇਹਦਾ ਇਹ ਹੈਗਾ ਕਿ ਸਾਧੂ ਸਿੰਘ ਧਰਮਸੋਤ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਹੋਏਗੀ। ਪਰ ਸਾਧੂ ਸਿੰਘ ਧਰਮਸੋਤ ਹੋਣਾ ਦਾ ਅਗਰ ਥੋੜ੍ਹਾ ਜਿਹਾ ਆਪਾਂ ਟੱਚ ਕਰ ਲਈਏ ਤਾਂ ਜਿੱਦਾਂ ਸਾਧੂ ਸਿੰਘ ਧਰਮਸੋਤ ਹੋਣਾ ਦੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੰਤਰੀ ਰਹੇ ਨੇ ਤਾਂ ਉਹ ਕਾਫੀ ਵਿਵਾਦਾਂ ਦੇ ਵਿੱਚ ਰਹੇ ਨੇ, ਚਾਹੇ ਉਹ ਇੱਕ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਲੈ ਲਓ, ਚਾਹੇ ਉਹ ਜਦੋਂ ਕਿਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਕੁਝ ਬੋਲਣ ਦੀ ਗਵਾਰੀ ਆਉਂਦੀ ਸੀ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਿਹੜਾ ਉਹ ਸਿੱਧੇ ਜਿਹੜੇ ਉਹ ਪੈ ਜਾਂਦੇ ਹੁੰਦੇ ਸੀਗੇ ਬਿਆਨਾਂ ਰਾਹੀਂ। ਤਾਂ ਵਿੱਚ ਇੱਕ ਦੋ ਜਗ੍ਹਾ ਦੇ ਉੱਤੇ ਜਿਹੜਾ ਸੀ ਉਹ ਹੋਰ ਵੀ ਉਲਝੇ ਹੈਗੇ ਨੇ, ਉਹਦੇ ਪੱਥਰ ਨੂੰ ਲੈ ਕੇ ਵੀ ਨੀਂਹ ਪੱਥਰ ਰੱਖਣ ਦਾ ਮਾਮਲਾ ਸਕੂਲ ਦਾ ਸੀਗਾ। ਤਾਂ ਉਹ ਸਭ ਤੋਂ ਵੱਧ ਜਿਹੜਾ ਰੌਲਾ ਪਿਆ ਸੀਗਾ ਸਕਾਲਰਸ਼ਿਪ ਨੂੰ ਲੈ ਕੇ, ਵੀ ਉਹਦੇ 'ਚ ਨਾਮ ਉਹਨਾਂ ਦਾ ਕਹਿਤਾ ਸੀਗਾ ਵੀ ਨਾਮ ਸਾਧੂ ਹੈ, ਤੇ ਕੰਮ ਜਿਹੜਾ ਸੀਗਾ ਉਹਨਾਂ ਦੇ ਦੋਸ਼ ਲਾਏ ਸੀ ਵੀ ਉਹਨਾਂ ਦੇ ਡਾਕੂਆਂ ਵਾਲੇ ਕੀਤੇ ਨੇ।
ਤੇ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਕਾਫੀ ਰੌਲਾ ਪਿਆ ਸੀਗਾ ਤੇ ਇਹਦੇ ਤੇ ਇਹਨਾਂ ਦੀ ਜਿਹੜਾ ਸੀ ਗ੍ਰਿਫਤਾਰੀ ਅਤੇ ਇਹਨਾਂ ਦੇ ਜਿਹੜੇ ਮੰਤਰੀਸ਼ਿਪ ਦਾ ਅਸਤੀਫੇ ਦੀ ਮੰਗ ਕੀਤੀ ਗਈ ਸੀ। ਪਰ ਉਹ ਮਾਮਲਾ ਰੁਲ ਕੇ ਰਹਿ ਗਿਆ ਸੀਗਾ। ਬਟ ਜਦੋਂ ਟੈਨਿਓਰ ਬਦਲੀ ਕੈਪਟਨ ਅਮਰਿੰਦਰ ਸਿੰਘ ਦਾ ਖਤਮ ਹੋਇਆ ਸਿਸਟਮ, ਤਾਂ ਉਦੋਂ ਜਦੋਂ ਚੰਨੀ ਆਏ ਤਾਂ ਨਾਲ ਨਵਜੋਤ ਸਿੰਘ ਸਿੱਧੂ ਸੀਗੇ, ਤੇ ਸਿੱਧੂ ਉਹ ਸੀਗੇ ਜਿਨ੍ਹਾਂ ਦੇ ਖਿਲਾਫ ਜਿਹੜੇ ਸੀ ਉਹ ਕਾਫੀ ਕੁਝ ਬੋਲਦੇ ਰਹੇ ਨੇ ਸਾਧੂ ਸਿੰਘ ਧਰਮਸੋਤ। ਤਾਂ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਕਿਤੇ ਨਾ ਕਿਤੇ ਉਹਨਾਂ ਦੇ ਅਗੇਂਸਟ ਚਲੀਆਂ ਗਈਆਂ। ਇੱਕ ਤਾਂ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਸੀ ਵੀ ਇਹਨਾਂ ਨੇ ਸਕਾਲਰਸ਼ਿਪ ਦੇ ਵਿੱਚ ਕੁਛ ਨਾ ਕੁਛ ਗੜਬੜ ਕੀਤੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਖਿਲਾਫ ਵੀ ਉਹ ਬੋਲਦੇ ਰਹੇ ਨੇ। ਤਾਂ ਫਿਰ ਉਹ ਦੋਨੋਂ ਚੀਜ਼ਾਂ ਉਹਨਾਂ ਵਾਸਤੇ ਮੰਤਰੀਸ਼ਿਪ ਖੋਣ ਵਾਸਤੇ ਕਾਫੀ ਸੀਗੀਆਂ। ਪਰ ਕਿਉਂਕਿ ਉਹ ਕਾਂਗਰਸ ਦੇ ਲੀਡਰ ਸੀਗੇ, ਇਸ ਕਰਕੇ ਉਸ ਸਰਕਾਰ ਦੇ ਵਿੱਚ ਤਾਂ ਕੁਝ ਵੀ ਨਹੀਂ ਹੋਇਆ। ਲੇਕਿਨ ਮੰਗ ਜਿਹੜੀ ਸੀਗੇ ਭਗਵੰਤ ਸਿੰਘ ਮਾਨ ਹੋਣੀ ਤੇ ਵਿਰੋਧੀ ਧਿਰਾਂ ਜਿਹੜੀਆਂ ਸੀਗੀਆਂ ਅਕਾਲੀ ਦਲ ਵਰਗੀਆਂ, ਇਹ ਜ਼ਰੂਰ ਕਰਦੀਆਂ ਸੀ ਵੀ ਇਹਨਾਂ ਦੇ ਉੱਤੇ ਪਰਚਾ ਦਰਜ ਕਰੋ, ਇਹਨਾਂ ਦੇ ਉੱਤੇ ਕਾਰਵਾਈ ਕਰੋ। ਹੁਣ ਕਿਉਂਕਿ ਭਗਵੰਤ ਮਾਨ ਹੋਣੀ ਜਿਹੜੇ ਨੇ ਉਹ ਸੱਤਾ ਦੇ ਵਿੱਚ ਆ ਗਏ ਨੇ, ਤਾਂ ਫਿਰ ਜਿਹੜੀਆਂ ਮੰਗਾਂ ਕਿਸੇ ਵੇਲੇ ਉਹ ਆਪ ਕਰਦੇ ਰਹੇ ਸੀ, ਫਿਰ ਹੁਣ ਉਹਨਾਂ ਦੇ ਕਾਰਵਾਈ ਕਰਨ ਦਾ ਮੌਕਾ ਆਇਆ ਤੇ ਜਾਂਚ ਬਿਠਾ ਕੇ ਕਿਤੇ ਨਾ ਕਿਤੇ ਉਹ ਇਸ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕਰਨਗੇ। ਤੇ ਜਿੱਦਾਂ ਦਾ ਬਿਆਨ ਆਇਆ ਭਗਵੰਤ ਮਾਨ ਹੋਣਾ ਦਾ, ਉਹ ਤੋਂ ਇਹ ਲੱਗਦਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਸਾਧੂ ਸਿੰਘ ਧਰਮਸੋਤ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਤੇ ਉਹਨਾਂ ਨੂੰ ਜੇਲ੍ਹ ਜਾਣਾ ਹੀ ਪੈਣਾ। ਤੇ ਫਿਰ ਜਦੋਂ ਜੇਲ੍ਹ ਜਾਣਗੇ ਉਦੋਂ ਕੀ ਹਾਲਾਤ ਹੋਣਗੇ, ਉਹਨਾਂ ਨੇ ਇਹ ਬਿਆਨ ਕੀਤੇ ਨੇ ਵੀ ਜਦੋਂ ਜੇਲ੍ਹ ਦੇ ਵਿੱਚ ਹੋਣਗੇ ਉਹ, ਤੇ ਉਹ ਤਾਂ ਹੀ ਇਹ ਬੰਦਾ ਇੰਨੀ ਕੌਨਫੀਡੈਂਸ ਨਾਲ ਕਹਿ ਸਕਦਾ ਹੁੰਦਾ ਜੇ ਉਹਨਾਂ ਨੂੰ ਅੱਗੇ ਜੇਲ੍ਹ ਦੇ ਹਾਲਾਤ ਬਿਆਨ ਕਰਦਾ ਹੁੰਦਾ, ਜੇਕਰ ਉਹਨਾਂ ਨੂੰ ਯਕੀਨ ਹੁੰਦਾ ਵੀ ਇਸ ਮਾਮਲੇ 'ਚ ਵਾਕਈ ਇਹ ਦੋਸ਼ੀ ਹੈ। ਸੈਂਟਰ ਦੇ ਵਿੱਚ ਸੜਕਾਂ ਦੇ ਮੰਤਰੀ ਨੇ, ਸੜਕਾਂ ਵਗੈਰਾ ਬਣਾਉਂਦੇ ਨੇ, ਨੈਸ਼ਨਲ ਸੜਕਾਂ ਹੁੰਦੀਆਂ ਜਿਹੜੀਆਂ ਲਿੰਕ ਰੋਡ ਨੇ, ਉਹ ਨੇ ਉਹਨਾਂ ਦੇ ਮੰਤਰੀ ਨੇ ਨਿਤਿਨ ਗਡਕਰੀ ਹੋਣੇ। ਉਹਨਾਂ ਤੋਂ ਜਦੋਂ ਬੀਜੇਪੀ ਦੀ ਸਰਕਾਰ 2014 ਤੋਂ ਬਾਅਦ ਬਣੀ ਆ, 15 ਦੇ ਇੰਟਰਵਿਊ ਸੀਗੀ ਉਹਨਾਂ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਮਤਲਬ ਹੁਣ ਤੁਹਾਨੂੰ ਆਦਤ ਪੈ ਗਈ, ਕਹਿੰਦੇ ਤੁਸੀਂ ਹੁਣ ਬੜਾ ਟਾਈਮ ਆਪੋਜੀਸ਼ਨ ਦੇ ਵਿੱਚ ਰਹੇ ਹੋ, ਕਹਿੰਦੇ ਹੁਣ ਤੁਹਾਨੂੰ ਜਿਹੜਾ ਰਾਜ ਕਰਨ ਦੀ ਆਦਤ ਪੈ ਗਈ। ਉਹ ਕਹਿੰਦੇ ਮਜ਼ਾ ਜਿਹਾ ਨਹੀਂ ਆਉਂਦਾ, ਕਹਿੰਦੇ ਉਹ ਧਰਨੇ ਲਾਣੇ, ਕਹਿੰਦੇ ਉਹ ਮੁਜ਼ਾਹਰੇ ਕਰਨੇ, ਤੇ ਕਹਿੰਦੇ ਉਹ ਜਿਹੜੀ ਪੀਲੀ ਦਾਲ ਕਹਿੰਦੇ ਜਿਹੜੀ ਪਤਲੀ ਜੀ ਮਿਲਦੀ ਹੈ ਜੇਲ੍ਹ 'ਚ, ਕਹਿੰਦੇ ਉਹਦੇ ਬਿਨਾਂ ਹੁਣ ਸਾਨੂੰ ਮਜ਼ਾ ਨਹੀਂ ਆਉਂਦਾ। ਜਦੋਂ ਭਗਵੰਤ ਮਾਨ ਦੀ ਅੱਜ ਦੀ ਇੰਟਰਵਿਊ ਦੇਖੀ ਤਾਂ ਉਹ ਭਗਵੰਤ ਮਾਨ ਸੀਐਮ ਤੋਂ ਜਿਹੜੇ ਹਾਊਸ ਦੇ ਵਿੱਚ ਬੋਲਦੇ ਨੇ ਜਾਂ ਜਿਹੜੇ ਕਦੀ ਸਪੀਚ ਕਰਦੇ ਬੋਲਦੇ ਨੇ, ਉਹ ਮੋੜ ਤੋਂ ਕਹਿੰਦੇ ਇੱਕ ਗੇਅਰ ਪਿਛਲਾ ਪਾ ਕੇ ਤੇ ਉਹ ਉਵੇਂ ਹੀ ਲੱਗਿਆ ਵੀ ਜਿਵੇਂ ਆਪੋਜੀਸ਼ਨ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਕਰਾਰੀਆਂ ਫਿਰ ਛੱਡੀਆਂ। ਕਹਿੰਦੇ ਉਹ ਕਹਿੰਦੇ ਜਿਵੇਂ ਕੱਟਾ ਬੰਨ੍ਹ ਕੇ ਧੁੱਪੇ ਨਹੀਂ ਖੜਾਤਾ ਹੁੰਦਾ, ਤੇ ਉਹ ਹਿਸਾਬ ਉਹਨਾਂ ਨੇ ਕੀਤਾ ਸਾਰੀ ਆਪੋਜੀਸ਼ਨ ਦਾ। ਜਾਂਦੇ ਜਾਂਦੇ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ, ਕਹਿੰਦੇ ਆਉਣ ਵਾਲੀ 16 ਤਰੀਕ ਨੂੰ, ਮਤਲਬ ਪਰਸੋਂ, ਅੱਜ 14 ਤਰੀਕ ਹੈ, ਕਹਿੰਦੇ ਜੀ ਬੜੀ ਵਧੀਆ ਨਿਊਜ਼ ਆ ਜਿਹੜੀ ਕਹਿੰਦੇ ਤੁਹਾਨੂੰ ਦੇਣ ਜਾ ਰਿਹਾ। ਕਹਿੰਦੇ ਜਿਹੜੇ ਲੋਕੀ ਅੱਜ ਕਹਿੰਦੇ ਨੇ ਕਿ ਪੰਜਾਬ ਦੇ ਤੁਸੀਂ ਜਿਹੜੇ ਅੱਗੋਂ ਅਧਿਕਾਰੀ ਨੇ ਉਹ ਕਿਉਂ ਭੇਜਤੇ, ਮੁੱਖ ਸਕੱਤਰ ਹੈ ਜਾਂ PSPCL ਦੇ ਅਧਿਕਾਰੀ ਨੇ, ਤੇ ਕਹਿੰਦੇ ਉਹ ਫਿਰ ਕਿਆ ਕਰਨਗੇ ਹੁਣ ਤੋਂ ਕਿ ਕੇਜਰੀਵਾਲ ਕੋਲ ਭੇਜੋ। ਉਹ ਕਹਿੰਦੇ ਨਾਲ ਹੀ ਉਹਨਾਂ ਨੇ ਇੱਕ ਦੋ ਗੱਲਾਂ ਹੋਰ ਕਹਿਤੀਆਂ, ਕਹਿੰਦੇ ਅਸੀਂ ਗੁਜਰਾਤ ਵੀ ਭੇਜਾਂਗੇ, ਕਹਿੰਦੇ ਤਾਮਿਲਨਾਡੂ ਵੀ ਭੇਜਾਂਗੇ, ਤੇ ਨਾਲੇ ਕਹਿੰਦੇ ਜੇ ਬੰਗਾਲ ਭੇਜਣਾ ਵਾ, ਕਹਿੰਦੇ ਦੇਸ਼ ਤੋਂ ਬਾਹਰ ਵੀ ਭੇਜਣਾ ਪਿਆ ਤਾਂ ਵੀ ਸਿੱਖਣ ਲਈ ਜਿਹੜਾ ਅਧਿਕਾਰੀਆਂ ਨੂੰ ਭੇਜਿਆ ਜਾਊਗਾ। ਹੁਣ ਜਿਹੜਾ ਰੰਗ ਭਗਵੰਤ ਮਾਨ ਉਹਨਾਂ ਨੇ ਲਿਆ, ਉਹ ਹਿਸਾਬ ਦੇ ਨਾਲ ਠੀਕ ਵੀ ਲੱਗਦਾ ਕਿ ਅਧਿਕਾਰੀ ਤਾਂ ਸਿੱਖਣ ਜਾਂਦੇ ਹੀ ਹੁੰਦੇ ਨੇ। ਅਸੀਂ ਆਪ ਸਰਕਾਰੀ ਸਕੂਲਾਂ ਦੇ ਪੜ੍ਹੇ ਹਾਂ, ਉਦੋਂ ਟੀਚਰ ਤੋਂ ਸਿੱਖਣ ਜਾਂਦੇ ਹੁੰਦੇ ਸੀਗੇ ਬਾਹਰ। ਉਹ ਹੁਣ ਨਾਲੇ ਉਹਨਾਂ ਨੇ ਇੱਕ ਗੱਲ ਹੋਰ ਕਹੀ, ਕਹਿੰਦੇ ਕਿ ਜਦੋਂ ਮਲੇਨਾ ਟਰੰਪ ਆਏ ਸੀਗੇ ਇੱਥੇ, ਕਹਿੰਦੇ ਉਹਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਡੋਨਾਲਡ ਟਰੰਪ ਨੂੰ ਕਿਉਂ ਨਹੀਂ ਨਾਲ ਲੈ ਕੇ ਆਈ, ਤੇ ਨਾ ਉਹ ਕਹਿੰਦੇ ਜਿਹੜੀ ਆਪ ਮੁੱਖ ਮੰਤਰੀ ਸੀਗੀ ਤੇ ਨਾ ਉਹ ਕੋਈ ਮੰਤਰੀ ਸੀਗੀ, ਕਹਿੰਦੇ ਫਸਟ ਲੇਡੀ ਸੀ ਆ ਕੇ ਦੇਖੀ, ਫਿਰ ਕੀ ਹੋ ਗਿਆ ਜੇ ਸਾਡੇ ਬੰਦੇ ਚਲੇ ਗਏ। ਦੇਖੋ ਮਾਮਲਾ ਤਾਂ ਕਾਫੀ ਰੌਲਾ ਪਿਆ ਸੀ ਤੇ ਇਹ ਹੁਣ ਲੱਗ ਰਿਹਾ ਸੀ ਵੀ ਇਹ ਜਵਾਬ ਕੀ ਦੇਣਗੇ, ਕਿਉਂਕਿ ਮੰਤਰੀ ਉੱਥੇ ਕੋਈ ਵੀ ਨਹੀਂ ਸੀਗਾ ਪੰਜਾਬ ਦਾ, ਨਾ ਆਪ ਸੀਗੇ ਇਹ, ਤੇ ਅਧਿਕਾਰੀ ਗਏ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ ਸੀਗੀ। ਉਹਦੇ 'ਚ ਵੀ ਰੌਲਾ ਪੈ ਰਿਹਾ ਸੀ, ਅਧਿਕਾਰੀ ਉੱਥੇ ਗਏ ਸੀਗੇ। ਮੁੱਖ ਮੰਤਰੀ ਨੇ ਬਾਹਰ ਨਿਕਲ ਕੇ ਟਵੀਟ ਵੀ ਕੀਤਾ ਸੀਗਾ, ਉਸ ਤੋਂ ਬਾਅਦ ਆ ਗਏ ਹੋਣੇ ਬਾਅਦ 'ਚ ਵੀ ਇਹ ਮੀਟਿੰਗ ਬੜੀ ਵਧੀਆ ਰਹੀ ਤੇ ਅਸੀਂ ਜਲਦੀ ਖੁਸ਼ਖਬਰੀ ਦਿਆਂਗੇ। ਇਹਦਾ ਮਤਲਬ ਹੈ ਵੀ ਮੀਟਿੰਗ ਹੋਈ ਹੈ, ਇਹ ਵੀ ਸਾਬਤ ਹੋ ਗਿਆ ਸੀਗਾ। ਤਾਂ ਹੁਣ ਇਹਦੇ 'ਤੇ ਸੋਚ ਰਹੇ ਸੀ ਸਾਰੇ ਵੀ ਇਹਦੇ 'ਤੇ ਜਵਾਬ ਕੀ ਦੇਣਗੇ ਕਿ ਮੁੱਖ ਮੰਤਰੀ ਆਪ ਤੇ ਉੱਥੇ ਮੰਤਰੀ ਕਿਉਂ ਨਹੀਂ ਹਾਜ਼ਰ ਸੀ, ਬਿਜਲੀ ਮੰਤਰੀ ਕੇਜਰੀਵਾਲ ਨੇ ਕਿਉਂ ਉੱਥੇ ਇਕੱਲਿਆਂ ਨੇ ਜਿਹੜੀ ਆ ਇਹਨਾਂ ਦੀ ਮੀਟਿੰਗ ਲਈ, ਇਹਨਾਂ ਸਾਰੇ ਅਧਿਕਾਰੀਆਂ ਦੇ ਪੰਜਾਬ ਵਾਲਿਆਂ ਨੇ। ਤਾਂ ਜਿਹੜਾ ਬਿਆਨ ਹੋਣਾ ਆ ਉਹਦੇ ਤੋਂ ਫਿਰ ਇਹਨਾਂ ਦੀ ਸਾਰਿਆਂ ਦੀ ਬੋਲਤੀ ਬੰਦ ਹੋ ਗਈ ਵੀ ਹਾਂ ਟ੍ਰੇਨਿੰਗ ਲੈਣ ਤਾਂ ਕਿਤੇ ਵੀ ਜਾ ਸਕਦੇ ਨੇ। ਟ੍ਰੇਨਿੰਗ ਲੈਣ ਗਏ ਸੀਗੇ, ਟ੍ਰੇਨਿੰਗ ਲੈ ਕੇ ਉੱਥੇ ਸਾਰਾ ਕੁਝ ਸਮਝ ਕੇ ਪੁੱਛ ਕੇ ਤੇ ਆ ਗਏ। ਔਰ ਗੱਲ ਇਹ ਵੀ ਠੀਕ ਹੈ ਕਿ ਵੱਖ-ਵੱਖ ਰਾਜਾਂ ਦੇ ਜਿਹੜੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਉਹ ਜਾਂਦੇ ਰਹਿੰਦੇ ਨੇ। ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਸੀਗਾ ਉਹ ਬ੍ਰਾਜ਼ੀਲ ਜਾ ਕੇ ਆਏ ਸੀਗੇ, ਇਜ਼ਰਾਈਲ ਜਾ ਕੇ ਆਏ ਸੀਗੇ, ਤੇ ਇਸੇ ਤਰ੍ਹਾਂ ਜਿਹੜੇ ਸੀਗੇ ਆਪਣੇ ਮਨਪ੍ਰੀਤ ਬਾਦਲ ਹੋਣੀ ਵੀ ਕਈ ਕੰਟਰੀਆਂ ਦੇ ਜਿਹੜੇ ਉਹ ਦੌਰਾ ਕੱਟ ਕੇ ਆਏ ਸੀਗੇ। ਸੋ ਇਹ ਜਾਂਦੇ ਰਹਿੰਦੇ ਨੇ ਮੰਤਰੀ ਤੇ ਹੋਰ ਅਧਿਕਾਰੀ ਜਿਹੜੇ ਨੇ ਟ੍ਰੇਨਿੰਗ ਲੈਣ ਲਈ ਜਾਂਦੇ ਨੇ।
ਤੇ ਉੱਥੇ ਦੇਖਣ ਜਾਂਦੇ ਨੇ ਵੀ ਮੁਲਕ ਦੀ ਬਿਹਤਰੀ ਵਾਸਤੇ, ਸੂਬੇ ਦੀ ਬਿਹਤਰੀ ਵਾਸਤੇ ਅਸੀਂ ਕੀ ਕਰ ਸਕਦੇ ਹਾਂ, ਜਿਹੜੇ ਇਹਨਾਂ ਤੋਂ ਸਿੱਖੀਏ ਵੀ ਸਾਨੂੰ ਵੀ ਇੱਥੇ ਜਾ ਕੇ ਬਿਹਤਰ ਅਸੀਂ ਕਰੀਏ ਤੇ ਲੋਕਾਂ ਨੂੰ ਲਾਭ ਹੋਵੇ। ਤੇ ਇਹ ਚੀਜ਼ ਵਾਸਤੇ ਉਹਨਾਂ ਨੇ ਕਿਹਾ ਸਾਨੂੰ ਉੱਥੋਂ ਟ੍ਰੇਨਿੰਗ ਵਾਸਤੇ ਭੇਜਿਆ ਸੀ। ਤੇ ਉੱਥੇ ਕੀ ਅਸੀਂ ਕਹਿੰਦੇ ਗੁਜਰਾਤ ਵੀ ਭੇਜਾਂਗੇ, ਬੰਗਾਲ ਵੀ ਭੇਜਾਂਗੇ, ਹੋਰ ਕਿਤੇ ਭੇਜਣਾ ਪਿਆ ਤਾਂ ਬਾਹਰ ਕਿਤੇ ਭੇਜਣਾ ਉੱਥੇ ਵੀ ਭੇਜਾਂਗੇ ਜੀ। ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਤੇ ਮੈਨੂੰ ਲੱਗਦਾ ਕਿ ਉਹਨਾਂ ਤੋਂ ਇਹ ਜਿਹੜਾ ਮੁੱਦਾ ਹੀ ਉਹਨਾਂ ਨੇ ਖੋਹ ਲਿਆ ਹੈਗਾ ਵੀ ਇਹਦੇ ਪਿੱਛੇ ਕੋਈ ਗੱਲ ਬਾਕੀ ਬਚਦੀ ਨਹੀਂ ਹੈਗੀ ਜੀ। ਉਵੇਂ ਆ ਜਾਂਦੀ ਹੈ ਗੱਲ। ਕਹਿੰਦੇ ਭਗਵੰਤ ਮਾਨ ਉਹਨਾਂ ਨੇ ਇਹ ਇੱਕ ਕਹਿੰਦੇ ਜਿਹੜਾ ਤੁਰਪ ਦਾ ਇੱਕ ਉਹ ਕੱਢ ਕੇ ਤੇ ਸਾਹਮਣੇ ਰੱਖਤਾ ਮੇਜ਼ ਤੇ, ਜਦੋਂ ਲੱਗਦਾ ਸੀਗਾ ਕਿ ਅੱਗੇ ਬਿੱਗੀਆਂ ਬੁੱਗੀਆਂ ਜੀ ਉਹਨਾਂ ਕੋਲੇ ਰਹਿ ਗਈਆਂ। ਤੇ ਹਰਭਜਨ ਸਿੰਘ ਈਟੀ ਉਹਨਾਂ ਦੀ ਗੱਲ ਵਿੱਚ ਚੱਲੀ ਸੀਗੀ। ਉਹ ਕਹਿੰਦੇ ਕਿ ਦਿੱਲੀ ਉਹ ਫੇਰੀ ਮਾਰਦੇ ਰਹਿੰਦੇ ਨੇ ਵੈਸੇ ਵੀ। ਕਹਿੰਦੇ ਪਿੱਛੇ ਜੇ ਜਾ ਕੇ ਉੱਥੇ ਬਿਜਲੀ ਮੰਤਰੀ ਨੂੰ ਮਿਲ ਕੇ ਆਏ ਨੇ, ਕੋਲਾ ਮੰਤਰੀ ਨੂੰ ਮਿਲ ਕੇ ਆਏ ਨੇ, ਨਾਲ ਬਿਠਾ ਲੈਂਦੇ ਤਾਂ ਕੋਈ ਵੱਡੀ ਗੱਲ ਨਹੀਂ ਸੀਗੀ। ਪਰ ਇਹਦੇ ਨਾਲ ਇੱਕ ਸਵਾਲ ਹੁਣ ਹੋਰ ਵੀ ਉੱਠਦਾ ਜਾ ਰਿਹਾ ਕਿ ਮੀਟਿੰਗ ਜਿਹੜੇ ਕੇਜਰੀਵਾਲ ਹੋਣੀ ਨੇ ਉਹ ਕਹਿੰਦੇ ਨੇ ਵੀ ਅਨੌਪਚਾਰਿਕ ਮੀਟਿੰਗ ਸੀਗੀ, ਅਨਓਫੀਸ਼ੀਅਲ ਹੈ। ਤੇ ਦੂਜੇ ਪਾਸੇ ਇਹਦਾ ਕੋਈ ਸਬੂਤ ਵੀ ਨਹੀਂ ਹੈ ਕਿ ਓਫੀਸ਼ੀਅਲ ਮੀਟਿੰਗ ਹੈ। ਮੀਟਿੰਗ ਦੇ ਵਿੱਚ ਗੱਲਬਾਤ ਕੀ ਹੋਈ? ਜੇ ਓਫੀਸ਼ੀਅਲ ਹੁੰਦੀ ਤਾਂ ਉਹਦੀ ਰੀਡਿੰਗ ਆ ਜਾਂਦੀ। ਹੁਣ ਅਨਓਫੀਸ਼ੀਅਲ ਹੈ, ਇਸ ਕਰਕੇ ਇਹਦੀ ਰੀਡਿੰਗ ਵੀ ਕੋਈ ਨਹੀਂ ਹੈ। ਹੁਣ ਜਾਂ ਤਾਂ ਐ ਹੋਵੇ ਕਿ ਕਿਉਂਕਿ ਇੱਕ ਇੰਪ੍ਰੈਸ਼ਨ ਇਹ ਬਣਾਇਆ ਜਾ ਰਿਹਾ ਕਿ ਇੱਥੋਂ ਸਾਰੇ ਵਹੀ ਖਾਤੇ ਇਹਨਾਂ ਨੇ ਚੱਕ ਕੇ ਤੇ ਦਿੱਲੀ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਦੱਸਿਆ ਕਿ ਸਾਹਿਬ ਇੰਨੇ ਪੈਸੇ ਲੱਗੇ, ਇੰਨਾ ਕੂੜਾ ਲੱਗ ਗਿਆ, ਇੰਨੀ ਬਿਜਲੀ ਰਹਿ ਗਈ, ਹੁਣ ਦੱਸੋ ਕੀ ਕਰੀਏ। ਇਹੋ ਜਿਹਾ ਕੁਛ ਤਾਂ ਨਾ ਅਧਿਕਾਰੀਆਂ ਨੇ ਦੱਸਿਆ, ਨਾ ਕਿਸੇ ਮੰਤਰੀ ਨੇ ਦੱਸਿਆ। ਤੇ ਜੇ ਆਮ ਗੱਲਾਂ ਬਾਤਾਂ ਲਈ ਮੀਟਿੰਗ ਹੈ, ਹੋ ਸਕਦਾ ਵੈਸੇ ਹੀ ਬੁਲਾਏ ਹੋਣ ਕਿ ਭਾਈ ਤੁਸੀਂ ਐਂ ਕਰਕੇ ਦੇਖ ਲਓ, ਜੇ ਤੁਹਾਨੂੰ ਐਂ ਫਿੱਟ ਹੁੰਦਾ ਐਂ ਕਰਕੇ ਦੇਖ ਲਓ। ਜਾਂ ਜਿਵੇਂ ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਕੁਛ ਸਿੱਖਣ ਹੀ ਗਏ ਸੀ, ਕਿ ਫਿਰ ਸਿੱਖਣਾ ਤਾਂ ਹਰ ਇੱਕ ਬੰਦੇ ਨੂੰ ਸਿੱਖਣਾ ਚਾਹੀਦਾ। ਦੇਖੋ ਇਹ ਸਾਰਾ ਕੁਛ ਤਾਂ ਸਾਹਮਣੇ ਉਦੋਂ ਆਊਗਾ ਜਦੋਂ ਪਰਸੋਂ 16 ਤਰੀਕ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਉਹ ਕੁਛ ਵੱਡਾ ਕਰਨ ਜਾ ਰਹੇ ਨੇ, ਜਿਹਦੇ ਬਾਰੇ ਉਹਨਾਂ ਨੇ ਟਵੀਟ ਵੀ ਕੀਤਾ ਤੇ ਜਿਹਦੇ ਬਾਰੇ ਅੱਜ ਵੀ ਕੁਛ ਐਲਾਨ ਕੀਤਾ ਹੈਗਾ। ਜਦੋਂ 16 ਤਰੀਕ ਨੂੰ ਇਸ ਚੀਜ਼ ਦਾ ਐਲਾਨ ਹੋਏਗਾ ਉਦੋਂ ਪਤਾ ਲੱਗੇਗਾ ਵੀ ਉੱਥੇ ਕੀ ਸੱਪ ਕੱਢਿਆ ਸੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਵੀ ਕੀ ਸੱਪ ਕੱਢਿਆ। ਤੇ ਉਹ ਬਾਕੀ ਜੇਕਰ ਆਪਾਂ ਉਦੋਂ ਪਹਿਲਾਂ ਤਾਂ ਆਪਾਂ ਸਿਰਫ ਕਿਆਸ ਹੀ ਲਾ ਸਕਦੇ ਹਾਂ ਵੀ ਐਂ ਹੋਇਆ ਹੋਣਾ, ਐਂ ਹੋਇਆ ਹੋਣਾ, ਐਂ ਹੋਣਾ। ਜਦੋਂ ਇਹ ਪਰਸੋਂ ਐਲਾਨ ਹੋਊਗਾ ਬਿਜਲੀ ਬਾਰੇ ਤੇ ਉਹਦੇ ਵਿੱਚੋਂ ਫਿਰ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਦੇ 'ਚੋਂ ਨਿਕਲ ਕੇ ਆਉਣਗੀਆਂ ਵੀ ਉਹਦੇ 'ਚ ਕੀ ਚਰਚਾਵਾਂ ਜਿਹੜੀਆਂ ਨੇ ਉੱਥੇ ਹੋਈਆਂ, ਕੀਤੀਆਂ ਗਈਆਂ ਹੋਣਗੀਆਂ। ਜਾਂ ਫਿਰ ਇਸ ਵੇਲੇ ਬਾਰੇ ਕੋਈ ਅਧਿਕਾਰੀ ਸਾਹਮਣੇ ਆਵੇ, ਜਿਹੜਾ ਅਧਿਕਾਰੀ ਉੱਥੇ ਗਿਆ ਸੀ। ਪਰ ਉਹ ਨੌਕਰੀ ਸਭ ਨੂੰ ਪਿਆਰੀ ਹੁੰਦੀ ਹੈ, ਕੋਈ ਵੀ ਨਹੀਂ ਬੋਲੇਗਾ ਜੀ। ਇੱਥੇ ਗੱਲ ਕਰ ਲੈਂਦੇ ਹਾਂ ਕਿ ਆਪਾਂ ਹੁਣ 16 ਤਰੀਕ ਦੀ ਗੱਲ ਕਰ ਰਹੇ ਹਾਂ। ਹੁਣ ਮੈਨੂੰ ਘੱਟੋ ਘੱਟ ਤੇ ਆਪਾਂ ਨੂੰ ਤਾਂ ਘੱਟੋ ਘੱਟ ਦੋਵਾਂ ਜਣੇ ਆਪਾਂ ਆਫ ਦਾ ਕੈਮਰਾ ਗੱਲ ਕਰਦੇ ਸੀ ਕਿ ਹੋ ਸਕਦਾ ਕਿ 16 ਤਰੀਕ ਨੂੰ ਇਹ 300 ਜਿਹੜਾ ਯੂਨਿਟ ਵਾਲਾ ਜਿਹੜਾ ਸੱਪ ਹੈ ਉਹ ਵੀ ਛੱਡ ਹੀ ਦੇਣ, ਕਿ ਤੁਸੀਂ ਦੇਖ ਲਓ ਹੁਣ ਜਿਹੜਾ ਹੁੰਦਾ। ਇਹਦੇ ਉੱਪਰ ਮੋਹਰ ਲਾਉਂਦਾ ਚਰਨਜੀਤ ਸਿੰਘ ਚੰਨੀ ਦੇ ਉਹ ਬਿਆਨ ਕਿ ਦੇਖੋ ਜੀ ਜੇ ਇਹ ਕਰ ਵੀ ਦਿੰਦੇ ਨੇ ਤੇ 700 ਯੂਨਿਟ ਹੈ, ਕਹਿੰਦਾ 200 ਯੂਨਿਟ ਪਹਿਲਾਂ ਹੀ ਕਾਫੀ ਸਾਰੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਫ੍ਰੀ ਹੈ। 700 ਯੂਨਿਟ ਨਾਲ ਕਹਿੰਦੇ ਇਹਨਾਂ ਨੇ ਤਾਂ ਬਸ ਉਹੀ ਕਰ ਦੇਣਾ ਕਿ ਕਹਿੰਦੇ ਮਾਰਕੀਟ ਕਾਂ ਟੰਗ ਦੇਣਾ ਕਿ ਦੇਖੀ ਜਾਓ, ਇਸ ਤੋਂ ਡਰਨ ਦੀ ਲੋੜ ਹੈ। ਕਹਿੰਦੇ ਇਹਦੇ ਨਾਲ ਕੋਈ ਸ਼ਲਾਘਾਯੋਗ ਕੰਮ ਨਹੀਂ ਹੋਣਾ। ਤੇ ਕਹਿੰਦੇ ਜਿਹੜੇ ਪਿੱਛੇ ਵਾਲੇ 200 ਨੇ ਉਹ ਵੀ ਕੱਟੀ ਜਾਣੇ ਨੇ, 301 ਹੋ ਗਿਆ ਤਾਂ ਜਿਹੜੇ ਪੂਰਾ ਬਿੱਲ ਹੈ ਉਹ ਭਰਨਾ ਪੈਣਾ। ਦੂਜੇ ਪਾਸੇ ਜਦੋਂ ਇਹ ਪੂਰਾ ਗਰੰਟੀ ਹੈ ਜਿਹੜੀ ਕੇਜਰੀਵਾਲ ਉਹਨਾਂ ਨੇ ਦਿੱਤੀ ਸੀਗੀ, ਕੇਜਰੀਵਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਸਵਾਲਾਂ ਦੇ ਜਵਾਬ ਦਿੱਤੇ ਸੀ ਚੰਡੀਗੜ੍ਹ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ 301 ਨਾਲ 301 ਯੂਨਿਟ ਦਾ ਬਿੱਲ ਆਏਗਾ। ਅਗਲੇ ਦਿਨ ਹੀ ਜਦੋਂ ਭਗਵੰਤ ਸਿੰਘ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ 301 ਤੋਂ ਬਾਅਦ ਇੱਕ ਦਾ ਯੂਨਿਟ ਦਾ ਬਿੱਲ ਆਏਗਾ, 300 ਯੂਨਿਟ ਦਾ ਨਹੀਂ ਬਿੱਲ ਆਏਗਾ। ਹੁਣ ਇਹਦੇ ਵਿੱਚ ਸਾਫ਼ ਸਫਾਈ ਕੀ ਹੈ ਉਹ ਹਜੇ ਆਮ ਆਦਮੀ ਪਾਰਟੀ ਨੇ ਵੀ ਨਹੀਂ ਕੀਤੀ। ਜਿਹੜੇ ਵਿਰੋਧੀ ਨੇ ਉਹ ਵੀ ਹਜੇ ਵਿੱਚ ਉਲਝੇ ਜਿਹੇ ਨਜ਼ਰ ਆ ਰਹੇ ਨੇ, ਕਿਉਂਕਿ ਚੰਨੀ ਉਹਨਾਂ ਨੇ ਅੱਜ ਇਹ ਕਿਹਾ ਕਿ ਇਹ ਕਰ ਨਹੀਂ ਸਕਦੇ ਜੀ, ਜਾਂ ਜੇ ਕਰਨਗੇ ਤਾਂ ਐਂ ਹੋ ਜਾਊਗਾ, ਐਂ ਹੋ ਜਾਊਗਾ। ਇਹ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਣੀ ਕਹਿੰਦੇ ਸੀ ਕਿ ਇਹਨਾਂ ਕੋਲ ਤਾਂ ਖਾਣ ਨੂੰ ਨਹੀਂ ਪੈਸੇ ਹੋਗੇ ਸਰਕਾਰ ਕੋਲ, ਇਹ ਕਿੱਥੋਂ ਲਾ ਦੂਗੀ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਬਿਆਨ ਮੈਂ ਵੀ ਸੁਣਿਆ ਹੈਗਾ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਤੋਂ ਲਿਖ ਕੇ ਲੈ ਲਓ ਵੀ ਇਹ ਨਹੀਂ ਕਰ ਸਕਦੇ, ਕਿਸੇ ਹਾਲਤ 'ਚ ਨਹੀਂ ਕਰ ਸਕਦੇ। ਇਹ ਤਾਂ ਤੁਸੀਂ ਦੇਖੋ 6 ਮਹੀਨੇ ਬਾਅਦ ਸਾਰਾ ਕੁਝ ਇਹਨਾਂ ਦਾ ਤੁਹਾਡੇ ਸਾਹਮਣੇ ਆ ਜਾਣਾ। ਇਹਨਾਂ ਦਾ ਸਾਰੇ ਭਾਂਡੇ ਜਿਹੜੇ ਵਿਕ ਜਾਣੇ ਹੈਗੇ ਨੇ। 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਇਆ ਪਿਆ। ਜਦੋਂ ਅੱਜ ਦੇ ਪੇਪਰ ਦੇ ਵਿੱਚ ਵੀ ਮੈਂ ਜਦੋਂ ਪੜ੍ਹ ਰਿਹਾ ਸੀਗਾ ਤਾਂ 23,000 ਕਰੋੜ ਰੁਪਏ ਦਾ ਜਿਹੜਾ ਸੀਗਾ ਉਹਨਾਂ ਨੂੰ ਸਾਰਾ ਸਬਸਿਡੀ 24,000 ਕਰੋੜ ਰੁਪਏ ਦਾ ਘਾਟਾ ਜਿਹੜਾ ਉਹ ਬਜਟ ਘਾਟਾ ਪੰਜਾਬ ਦਾ ਹੈਗਾ। ਤੇ 23,000 ਕਰੋੜ ਰੁਪਏ ਦੀ ਜਿਹੜੀ ਹੈ ਜੇਕਰ ਇਹ ਬਿਜਲੀ ਸਾਰਿਆਂ ਨੂੰ ਦਿੰਦੇ ਹੈਗੇ ਨੇ ਫ੍ਰੀ ਜਿਹੜੀ, ਤਾਂ ਉਹਦੇ 300 ਯੂਨਿਟ ਵਾਲਾ, ਤਾਂ ਉਹਦੇ ਵਿੱਚ ਸਾਰਾ ਕੁਝ ਮਿਲਾ ਮਿਲੂ ਕੇ ਕਿਸਾਨਾਂ ਵਾਲਾ ਮਿਲਾ ਕੇ ਤਾਂ ਇਹ 23,000 ਕਰੋੜ ਰੁਪਏ ਦਾ ਹੋਰ ਬੋਝ ਪਏਗਾ ਜੀ। ਤੇ ਤੁਸੀਂ ਸੋਚ ਸਕਦੇ ਹੋ ਵੀ ਜਦੋਂ ਐਡਾ ਬੋਝ 1,70,000 ਕਰੋੜ ਰੁਪਏ ਦਾ ਜਿਹੜਾ ਕੁੱਲ ਬਜਟ ਹੋਵੇ ਪੰਜਾਬ ਦਾ, ਉਹਦੇ ਵਿੱਚੋਂ 47,000 ਕਰੋੜ ਰੁਪਏ ਦਾ ਸਿੱਧਾ ਜਿਹੜਾ ਬਜਟ ਘਾਟਾ ਵਿੱਚੋਂ ਹੋਣਾ ਸ਼ੁਰੂ ਹੋ ਜੇ ਤੇ ਸਬਸਿਡੀਆਂ ਮਿਲਾ ਕੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਇਹਨਾਂ ਵਾਸਤੇ ਸੁਖਾਵੇਂ ਹਾਲਾਤ ਪੈਦਾ ਕਰਨਗੀਆਂ। ਪਰ ਜਿੱਦਾਂ ਕੇਜਰੀਵਾਲ ਨੇ ਕਿਹਾ ਸੀਗਾ ਵੀ ਮੈਂ ਤਾਂ ਇੰਤਜ਼ਾਮ ਕਰੀ ਬੈਠਾ,
ਵੀ ਸਿੱਧਾ ਜਿਹੜਾ ਸ਼ਰਾਬ 'ਚੋਂ ਇੰਨੇ ਪੈਸੇ ਬਚਣੇ ਨੇ ਤੇ ਉਹਦੇ 'ਚੋਂ ਇੰਨੇ ਪੈਸੇ ਬਚਣੇ ਤੇ ਉਹਦੇ ਇੰਨੇ ਪੈਸੇ ਬਚਣੇ ਨੇ। ਵਹੀ ਖਾਤਿਆਂ ਦੇ ਵਿੱਚ ਤਾਂ ਉਹਨਾਂ ਨੇ ਸਾਰਾ ਪੂਰਾ ਕਰ ਲਿਆ ਸੀਗਾ, ਪਰ ਧਰਾਤਲ ਦੇ ਉੱਤੇ ਕੀ ਉਹ ਪੂਰਾ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ, ਇਹ ਹਲੇ ਭਵਿੱਖ ਦੇ ਗਰਭ 'ਚ ਆ। ਪਰ ਇੰਨਾ ਜ਼ਰੂਰ ਹੈ ਕਿ ਜੇਕਰ ਹੁਣ ਉਹਨਾਂ ਨੇ ਕੁਛ ਨਾ ਕੀਤਾ ਤਾਂ ਫਿਰ ਜਿਹੜੀਆਂ ਆਉਣ ਵਾਲੇ 3 ਸੂਬਿਆਂ ਦੀਆਂ ਚੋਣਾਂ ਨੇ, ਹਰਿਆਣਾ, ਪੰਜਾਬ ਤੇ ਗੁਜਰਾਤ, ਹਰਿਆਣਾ, ਹਿਮਾਚਲ ਤੇ ਗੁਜਰਾਤ, ਇਹਨਾਂ 3 ਸੂਬਿਆਂ ਦੀ ਚੋਣਾਂ ਦੇ ਵਿੱਚ ਫਿਰ ਉਹ ਮੂੰਹ ਦਿਖਾਉਣ ਜੋਗੇ ਨਹੀਂ ਹੋਣਗੇ ਕਿਸੇ ਨੂੰ। ਇਹ ਕੁੱਲ ਜਿਹੜਾ ਇਹਨਾਂ ਦਾ ਦਾਰਮਦਾਰ ਹੀ ਇਸੇ ਗੱਲ ਦੇ ਉੱਤੇ ਟਿਕਿਆ ਹੋਇਆ ਕਿ ਇਹ ਪੰਜਾਬ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਸ ਨੂੰ ਕਿਸ ਤਰੀਕੇ ਨਾਲ ਨਿਭਾਉਂਦੇ ਨੇ। ਤੇ ਜਦੋਂ ਇਹ ਜੇ ਹੁਣ ਇਹਨਾਂ ਨੇ ਕਰ ਵੀ ਦਿੱਤਾ, ਜਾਂ ਫਿਰ ਇਹ ਵੀ ਹੋ ਸਕਦਾ ਵੀ ਕਰ ਦੋ ਯਾਰ, ਹਾਲੇ ਤਾਂ ਸਾਲ ਪਿਆ, ਬਜਟ ਨੂੰ ਤਾਂ ਦੇਖੀ ਜਾਊਗੀ, ਤੇ ਉਹ ਗੱਲਾਂ ਵੱਖਰੀਆਂ ਨੇ। ਦੂਰਗਾਮੀ ਜਿਹੜੇ ਇਹਦੇ ਨਤੀਜੇ ਜਿਹੜੇ ਨੇ ਉਹ ਬਾਅਦ 'ਚ ਵੇਖਾਂਗੇ, ਪਹਿਲਾਂ ਫਿਲਹਾਲ ਤਾਂ ਕਰੋ, ਰੱਬ ਨੇੜੇ ਕਹਿ ਕੇ ਸੁਣਨ ਵਾਲਾ ਕੰਮ ਹੋ ਜਾਣਾ ਵੀ ਇਹਦੇ 'ਚ। ਹੁਣ ਤਾਂ ਫਿਲਹਾਲ ਤਾਂ ਆਪਾਂ ਨੂੰ ਨਿਬੇੜੀਏ, ਭਲੀ ਗੁਜ਼ਾਰੀਏ, ਬਾਅਦ ਵਿੱਚ ਜਦੋਂ ਬਜਟ ਆਏਗਾ ਉਦੋਂ ਦੇਖ ਲਾਂਗੇ, ਉਦੋਂ ਤੱਕ ਕੁਝ ਹੋਰ ਕਰਾਂਗੇ। ਫਿਲਹਾਲ ਆਪਾਂ ਦੇ ਦਿਓ, ਤੇ ਇਹ ਵੀ ਹੋ ਸਕਦਾ ਤੇ ਦੇਣਾ ਇਹਨਾਂ ਨੂੰ ਪੈਣਾ ਹੀ ਆ ਜੀ। ਉਹ ਉਧਰ ਗੱਲ ਕਰ ਰਹੇ ਨੇ ਗੱਡੀਆਂ ਦੀ, ਕਾਫੀ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਲੱਗੀ ਸੀਗੀ, ਤੇ ਉਧਰੋਂ ਪਟਿਆਲਾ ਤੋਂ ਜਿਹੜੇ MP ਰਹੇ ਨੇ ਧਰਮਵੀਰ ਗਾਂਧੀ ਹੋਣੇ, ਉਹਨਾਂ ਨੇ ਵੀ ਇਹ ਗੱਲ ਕਹਿਤੀ ਸੀ। ਨਾਲ ਹੀ ਨਾਲ ਪ੍ਰਗਟ ਸਿੰਘ ਹੋਣਾ ਨੇ, ਐਜੂਕੇਸ਼ਨ ਮਿਨਿਸਟਰ ਰਹੇ ਪੰਜਾਬ ਦੇ, ਇਹਨਾਂ ਨੇ ਵੀ ਇਹ ਗੱਲ ਕਹੀ ਸੀ। ਕਹਿੰਦੇ ਜੇ ਇਨੋਵਾ ਗੱਡੀਆਂ ਛੱਡ ਕੇ ਹੁਣ ਫੋਰਚੂਨਰ ਗੱਡੀਆਂ ਨੇ ਜਿਹੜੇ ਉਹ ਨਵੇਂ ਮੰਤਰੀ ਮੰਗਣ ਲੱਗੇ, ਕਹਿੰਦੇ ਇਸ ਲਈ ਹੁਣ ਚਿੱਠੀ ਪੱਤਰ ਵੀ ਜਾਰੀ ਹੋਗਾ, ਤੇ ਕਹਿੰਦੇ ਬਸ ਨੰਬਰ ਹੀ ਲਗਵਾ ਰਹੇ ਨੇ ਤੇ ਗੱਡੀਆਂ ਕਹਿੰਦੇ ਨਵੀਆਂ ਆਈ ਲਓ। ਅੱਜ ਭਗਵੰਤ ਮਾਨ ਹੋਣੀ ਕਹਿੰਦੇ ਕਿ ਤੁਸੀਂ ਮੈਨੂੰ ਦੱਸੋ ਵੀ ਕਿਹੜਾ ਬੰਦਾ ਕਹਿੰਦਾ ਵੀ ਗੱਡੀਆਂ ਆ ਗਈਆਂ, ਜਾਂ ਮੈਂ ਚਿੱਠੀ ਪੱਤਰ ਕੋਈ ਲਿਖਿਆ ਜਾਂ ਮੇਰੇ ਤੋਂ ਮਨਜ਼ੂਰੀ ਗਈ ਹੈ। ਕਹਿੰਦੇ ਜੇ ਅਸੀਂ ਫੜੇ ਜਾਂਦੇ ਹਾਂ ਤਾਂ ਅਸੀਂ ਗੁਨੇਗਾਰ। ਇਹ ਤਾਂ ਕਿਹਾ ਨਾਲ ਉਹਨੇ ਕਿਹਾ ਵੀ ਜਿਹੜੇ ਉਹਨਾਂ ਨੂੰ ਆਪਣਾ ਪ੍ਰਗਟ ਸਿੰਘ ਉਹਨਾਂ ਨੂੰ ਕਹਿ ਦਿਓ ਵੀ ਜਿਹੜੀਆਂ ਉਹਨਾਂ ਕੋਲੇ ਗੱਡੀਆਂ ਨੇ ਉਹ ਵੀ ਅਸੀਂ ਵਾਪਸ ਲੈ ਰਹੇ ਹਾਂ। ਤੇ ਉਹ ਤਾਂ ਗੱਲ ਵੱਖਰੀ ਹੈ ਕਿ ਹਲੇ ਜਿਹੜੇ ਅਸੀਂ ਤਾਂ ਕੀ ਨਵੀਆਂ ਲੈਣੀਆਂ ਨੇ, ਨਵੀਆਂ ਤਾਂ ਕੀ ਲੈਣੀਆਂ ਨੇ, ਜਿਹੜੀਆਂ ਉਹਨਾਂ ਕੋਲ ਹੈਗੀਆਂ ਅਸੀਂ ਉਹ ਵੀ ਵਾਪਸ ਲੈ ਲੈਣੀਆਂ ਨੇ। ਤਾਂ ਆਪਣੇ ਆਪ ਦੇ ਵਿੱਚ ਇੱਕ ਸਿੱਧਾ ਜਿਹੜਾ ਉਹ ਮਿਹਣਾ ਹੈਗਾ ਉਹਨਾਂ ਨੂੰ ਵੀ ਤੁਸੀਂ ਕਿਸੇ ਹੋਰ ਦੀ ਨਵੀਂ ਦੀ ਤਾਂ ਛੱਡੋ, ਤੁਸੀਂ ਆਪਣੀਆਂ ਬਚਾ ਲਓ। ਵੀ ਹੋਰ ਦੇ ਉੱਤੇ ਤਾਂ ਤੁਸੀਂ ਕੀ ਇਲਜ਼ਾਮ ਲਾਈ ਜਾਂਦੇ ਹੋ, ਤੁਸੀਂ ਆਪਣੀਆਂ ਵਾਲੀਆਂ ਬਚਾ ਲਓ। ਤੁਸੀਂ ਕੱਲ੍ਹ ਨੂੰ ਤੁਹਾਨੂੰ ਵੀ ਜਿਹੜੀਆਂ ਗੱਡੀਆਂ ਦੂਜੀਆਂ ਹੀ ਮਿਲਣੀਆਂ ਨੇ ਜੀ। ਉਹ ਗੱਡੀਆਂ ਤਾਂ ਖੈਰ ਦੂਰ ਦੀ ਗੱਲ ਰਹੇਗੀ, ਨਵੇਂ ਇਹਨਾਂ ਨੇ ਮਕਾਨ ਛੱਡੇ ਨੇ, ਪੁਰਾਣੇ MLA ਨੇ, ਪੁਰਾਣੇ ਮੰਤਰੀਆਂ ਨੇ। ਉਹਨਾਂ ਵਿੱਚੋਂ 2 ਮੰਤਰੀਆਂ ਦਾ ਰੌਲਾ ਆਲਰੇਡੀ ਪੈ ਚੁੱਕਿਆ ਕਾਂਗਰਸ ਦੇ, ਤੀਜੇ ਤਾਂ ਕਹਿੰਦੇ ਹੁਣ ਪੈਣ ਲੱਗ ਗਿਆ। ਰਜ਼ੀਆ ਸੁਲਤਾਨ ਹੋਣੀ ਨੇ, ਮਲੇਰਕੋਟਲਾ ਤੋਂ ਮੰਤਰੀ ਰਹੇ ਪਹਿਲਾਂ, ਇਹ MLA ਵੀ ਜਿੱਤੇ ਆ ਉੱਥੇ, ਤੇ ਕਾਫੀ ਵੱਡੇ ਲੀਡਰ ਮੰਨੇ ਜਾਂਦੇ ਨੇ ਕਾਂਗਰਸ ਦੇ, ਜਿਹੜਾ ਮੁਸਲਿਮ ਚਿਹਰਾ ਉਹਦੇ ਪੱਖ ਤੋਂ। ਤੇ ਹੁਣ ਕਹਿੰਦੇ ਜੀ 6 ਲੱਖ ਦਾ ਕਹਿੰਦਾ ਸਮਾਨ ਇਹਨਾਂ ਦੇ ਘਰ ਤੋਂ ਵੀ ਗਾਇਬ ਹੈ, 2 ਦਿਨ ਹੀਟਰ ਗਾਇਬ ਨੇ, ਤੇ ਪੱਖੇ ਪੁੱਖੇ ਲਾਈਟਾਂ ਗਾਇਬ ਨੇ, ਕਹਿੰਦੇ ਨਾਲੇ ਕਹਿੰਦੇ LCD ਇੱਕ ਅੱਧੀ ਗਾਇਬ ਹੈ। ਕੁਝ ਚੀਜ਼ਾਂ ਅੱਗੇ ਪਿੱਛੇ ਹੋ ਸਕਦੀਆਂ, ਪਰ ਇਹੋ ਜਿਹਾ ਕੁਝ ਕਹਿੰਦੇ ਜਿਹੜੇ ਛੋਟੀ ਮੋਟੀਆਂ ਚੀਜ਼ਾਂ ਨੇ ਉਹ ਗਾਇਬ ਨੇ, ਫਰਿੱਜ ਗਾਇਬ ਹੈ ਜੀ ਕਹਿੰਦੇ। ਤੇ ਮੁੜ ਕੇ ਜਦੋਂ ਜਵਾਬ ਮੰਗਿਆ PWD ਨੇ, ਕਹਿੰਦੇ ਹਜੇ ਤੱਕ ਕੋਈ ਜਵਾਬ ਨਹੀਂ ਆਇਆ, ਨਾ ਮਨਪ੍ਰੀਤ ਬਾਦਲ ਨੂੰ ਕਿਸੇ ਨੇ ਚੈੱਕ ਕੱਟ ਕੇ ਦਿੱਤਾ। ਤੇ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਫਿਰ ਕਿਤੇ ਨਾ ਕਿਤੇ ਕਿਸੇ ਦੀ ਚੋਰੀ ਵਾਂਗੂ ਨਹੀਂ ਇਹਨੂੰ ਗਿਣਿਆ ਜਾਣਾ, ਜਾਂ ਮਨਪ੍ਰੀਤ ਬਾਦਲ ਵਾਂਗੂ ਆਪਾਂ ਚੱਕ ਕੇ ਚੀਜ਼ ਤੇ ਬਾਅਦ 'ਚ ਕਹਿ ਰਹੀਏ ਜੀ ਅੱਛਾ ਫੜੇ ਗਏ ਸੀਗੇ, ਆਹ ਲਓ ਜੀ ਪੈਸੇ। ਨਹੀਂ ਦੇਖੋ, ਇੱਦਾਂ ਹੈ ਕਿ ਮਨਪ੍ਰੀਤ ਬਾਦਲ ਉਹਨਾਂ ਦਾ ਜਿੱਦਾਂ ਦਾ ਹੋਇਆ, ਇਹ ਉਹਨਾਂ ਦਾ 24 ਮਾਰਚ ਨੂੰ ਉਹਨਾਂ ਨੇ ਕਹਿਤਾ ਸੀ ਵੀ 24 ਮਾਰਚ ਦਾ ਮੇਰਾ ਚੈੱਕ ਦਿੱਤਾ ਹੋਇਆ, ਤੇ ਇਹ ਰੌਲਾ ਉਹਨਾਂ ਦਾ ਬਾਅਦ 'ਚ ਪਿਆ। ਚਲੋ ਉਹ ਆਪਣੀ ਜਗ੍ਹਾ 'ਤੇ ਠੀਕ ਸੀਗੇ, ਪਰ ਜਿੱਥੋਂ ਤੱਕ ਰਹਿ ਗਈ ਕਿ ਰਜ਼ੀਆ ਸੁਲਤਾਨਾ ਹੋਣਾ ਦੀ ਜਾਂ ਕੁਛ ਦੀ ਹੋਰ ਦੀ ਗੱਲ ਹੈਗੀ ਆ, ਤਾਂ ਇਹ ਜਿਹੜੀ ਰੌਲੇ ਜਿਹੜੇ ਨੇ, ਜਦੋਂ ਕੋਠੀਆਂ ਛੱਡੀਆਂ ਜਾਂਦੀਆਂ ਨੇ ਜਾਂ ਕੁਛ ਵਾਪਸ ਦਿੱਤਾ ਜਾਂਦਾ, ਤੇ ਉਦੋਂ ਇਹ ਗਾਹੇ ਬਗਾਹੇ ਪੈਂਦੇ ਰਹਿੰਦੇ ਨੇ। ਪਰ ਕਿਉਂਕਿ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਉਹ ਕਾਂਗਰਸ ਤੇ ਅਕਾਲੀ ਦਲ ਦੀਆਂ ਸੀਗੀਆਂ, ਤੇ ਇਹ ਬਦਲਦੀਆਂ ਰਹਿੰਦੀਆਂ ਸੀਗੀਆਂ। ਵੀ ਉਹ ਕਹਿੰਦੇ ਸੀ ਵੀ ਕਦੇ ਉਹ ਆ ਜਾਂਦੇ ਸੀ, ਕਦੇ ਉਹ ਆ ਜਾਂਦੇ ਸੀ। ਇਸ ਕਰਕੇ ਜੇ ਕੁਝ ਘਟਦਾ ਵੱਧਦਾ ਵੀ ਸੀਗਾ ਤਾਂ ਉਹ ਕਹਿੰਦੇ ਸੀ ਯਾਰ ਛੱਡ ਪਰੇ ਯਾਰ, ਅਗਲੀ ਵਾਰੀ ਵੀ ਤਾਂ ਅਸੀਂ ਆਉਣਾ ਹੀ ਹੈ, ਤੇ ਜੇ ਅਗਲੀ ਵਾਰੀ ਅਸੀਂ ਆ ਗਏ ਤਾਂ ਫਿਰ ਇਹਨਾਂ ਨੇ ਰੌਲਾ ਪਾ ਲੈਣਾ, ਜਾਂ ਅਗਲੀ ਵਾਰੀ ਇਹ ਆ ਗਏ ਤਾਂ ਸਾਡੇ ਬਾਰੇ ਤੇ ਰੌਲਾ ਪਾ ਲੈਣਗੇ, ਚੁੱਪੇ ਕਰ ਜਾਓ, ਜਿਨ੍ਹਾਂ ਦਾ ਹੈਗਾ ਯਾਰ ਛੱਡ ਪਰੇ। ਹੁਣ ਕੀ ਹੋ ਗਿਆ ਕਿ ਹੁਣ ਆ ਗਈ ਤੀਜੀ ਧਿਰ ਵਿੱਚ, ਤੇ ਹੁਣ ਰੌਲਾ ਤਾਂ ਨਿਕਲ ਕੇ ਸਾਹਮਣੇ ਆਉਣ ਲੱਗ ਗਿਆ। ਪਹਿਲਾਂ ਕਦੇ ਨਹੀਂ ਸੀ ਆਇਆ ਚੀਜ਼ ਦਾ ਰੌਲਾ, ਹੁਣ ਰੌਲਾ ਤਾਂ ਪੈਣ ਲੱਗ ਗਿਆ ਕਿਉਂਕਿ ਹੁਣ ਤੀਜੀ ਧਿਰ ਵਿੱਚ ਆ ਗਈ, ਤੇ ਜਿਹੜਾ ਕੁਝ ਸਾਹਮਣੇ ਹੋ ਰਿਹਾ ਸੀ ਉਹ ਚੀਜ਼ ਹੁਣ ਉਹਨਾਂ ਨੇ ਉਜਾਗਰ ਕਰਨੀ ਸ਼ੁਰੂ ਕਰਤੀ। ਅਧਿਕਾਰੀ ਵੀ ਰੌਲਾ ਪਾਉਣ ਲੱਗ ਗਏ, ਅਧਿਕਾਰੀਆਂ ਨੂੰ ਪੁੱਛਿਆ ਗਿਆ ਵੀ ਭਾਈ ਇਹ ਕਿੱਥੇ ਸਮਾਨ, ਤੇ ਉਹ ਕਹਿੰਦੇ ਵੀ ਫਲਾਣਾ ਲੈ ਗਿਆ, ਢਮਕਾਣਾ ਲੈ ਗਿਆ। ਤਾਂ ਉਹ ਪਹਿਲਾਂ ਅਧਿਕਾਰੀ ਵੀ ਆਪਣੇ ਸੀਗੇ ਤੇ ਜਿਹੜੇ ਲੋਕ ਵੀ ਆਪਣੇ ਸੀ, ਤੇ ਬਦਲ ਕੇ ਰਾਜ ਚੱਲ ਰਿਹਾ ਸੀ, ਤੇ ਇਹਦੇ ਕਰਕੇ ਕਿਤੇ ਰੌਲਾ ਪੈਂਦਾ ਨਹੀਂ ਸੀ। ਹੁਣ ਤੀਜੀ ਧਿਰ ਦੇ ਆਉਣ ਦੇ ਨਾਲ ਅਧਿਕਾਰੀਆਂ ਨੂੰ ਵੀ ਆਪਣੀ ਸਫਾਈ ਦੇਣੀ ਸੀ, ਤੇ ਜਿਹੜੇ ਸੀਗੇ ਉਹ ਉਮੀਦ ਵੀ ਨਹੀਂ ਸੀ, ਉਹ ਵੀ ਕਹਿੰਦੇ ਸੀ ਵੀ ਯਾਰ ਗਲਤ ਹੈ ਇਹ, ਜਿਹੜੇ ਜੇ ਉਹ ਲੈ ਗਿਆ ਤੇ ਉਹ ਲੈ ਗਿਆ ਤੇ ਉਹ ਲੈ ਗਿਆ। ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ ਹੈਗਾ, ਤੇ ਇਹ ਕਿਵੇਂ ਲੈ ਜਾਣਗੇ? ਤੇ ਇਹ ਰੌਲਾ ਇਸ ਕਰਕੇ ਪਿਆ ਕਿਉਂਕਿ ਐਤਕੀ ਤੀਜੀ ਧਿਰ ਆਈ ਹੈ। ਹੁਣ ਇਸ ਤੋਂ ਪਹਿਲਾਂ ਵੀ ਅਗਰ ਤੁਸੀਂ ਇਹਦੀਆਂ ਜਾਂਚ ਕੱਢ ਕੇ ਦੇਖੋ ਤਾਂ ਬਹੁਤ ਸਾਰਾ ਜਿਹੜਾ ਕੁਛ ਪਹਿਲਾਂ ਦਾ ਵੀ ਨਿਕਲੇਗਾ। ਉਹ ਪਹਿਲਾਂ ਦਾ ਵੀ ਨਿਕਲਣ ਲਈ ਜਿਹੜਾ ਜੇਕਰ ਇਹ ਜਾਂਚ ਹੁਣ ਚੱਲੇਗੀ ਤਾਂ ਮੈਨੂੰ ਲੱਗਦਾ ਕਿ ਪਿਛਲੇ ਵੀ ਕੱਢਣਗੇ, ਤਾਂ ਹੋ ਸਕਦਾ ਉਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਜਾਣ।
ਬਹੁਤ ਸਾਰੇ ਲੋਕੀ ਤਾਂ ਕੋਠੀਆਂ ਛੱਡਣ ਜਿਹੜੇ ਉਹਨਾਂ ਨੂੰ ਕਾਫੀ ਕੁਝ ਕਰਨਾ ਪਿਆ ਸੀਗਾ। ਉਹ ਭੱਠਲ ਦੇ ਉੱਤੇ ਵੀ ਕੋਠੀ ਨਾ ਛੱਡਣ ਦਾ ਰੌਲਾ ਪਿਆ ਸੀਗਾ। ਇੱਕ ਪਟਿਆਲੇ ਜਿਹੜੇ IG ਹੋਇਆ ਕਰਦਾ ਸੀ ਗੱਖੜ, ਸ਼ਾਮ ਲਾਲ ਗੱਖੜ, ਉਹਨਾਂ ਦੇ ਉੱਤੇ ਇੱਥੋਂ ਕੋਠੀ ਨਾ ਛੱਡਣ ਦਾ ਰੌਲਾ ਪਿਆ। ਉਦੋਂ ਬਾਅਦ ਕਾਫੀ ਕੁਝ ਖਬਰਾਂ ਲੱਗੀਆਂ ਉਹਨਾਂ ਦੇ ਖਿਲਾਫ। ਉਹ ਇੱਕ ਵਾਰੀ ਤਾਂ ਉਹਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਚੱਕਿਆ ਗਿਆ ਸੀ ਵੀ ਕੋਠੀ ਨਹੀਂ ਛੱਡ ਰਹੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਰੌਲੇ ਪੈਂਦੇ ਰਹਿੰਦੇ ਨੇ ਇਹਨਾਂ ਦੇ, ਤੇ ਜਦੋਂ ਰੌਲੇ ਪੈਂਦੇ ਨੇ ਉਹ ਫਿਰ ਜਦੋਂ ਸਰਕਾਰਾਂ ਇਹਨਾਂ ਦੀਆਂ ਬਦਲ ਕੇ ਆਉਂਦੀਆਂ ਨੇ ਉਦੋਂ ਫਿਰ ਚੁੱਪ ਕਰ ਜਾਂਦੇ ਨੇ ਵੀ ਚੱਲ ਠੀਕ ਆ, ਮਾੜਾ ਮੋਟਾ ਸ਼ੁਰਲੀ ਜੀ ਛੱਡੀ ਗਈ, ਚੱਲ ਠੀਕ ਆ। ਪਰ ਹੁਣ ਰੌਲਾ ਤਾਂ ਪੈ ਗਿਆ ਕਿਉਂਕਿ ਐਤਕੀ ਸਰਕਾਰ ਹੀ ਤੀਜੀ ਧਿਰ ਦੀ ਆ ਗਈ, ਤੇ ਜਦੋਂ ਤੀਜੀ ਧਿਰ ਦੀ ਸਰਕਾਰ ਆਈ ਹੈ ਤਾਂ ਫਿਰ ਉਹਦੇ ਵਿੱਚ ਉਹ ਵੀ ਇਹ ਨਹੀਂ ਕਹਿ ਸਕਦਾ ਵੀ ਅਗਲੀ ਵਾਰੀ ਮੈਂ ਆ ਜਾਵਾਂਗਾ, ਤਾਂ ਉਹ ਵੀ ਇਹ ਕਹਿ ਸਕਦਾ ਮੈਂ ਨਹੀਂ ਅਗਲੀ ਵਾਰੀ ਮੈਂ ਆ ਜਾਵਾਂਗਾ। ਤੇ ਫਿਰ ਉਹ ਤੀਜੀ ਧਿਰ ਹੈ, ਤੇ ਜਿਸ ਹਿਸਾਬ ਨਾਲ ਪ੍ਰਚੰਡ ਬਹੁਮਤ ਮਿਲਿਆ ਹੈਗਾ 92 ਸੀਟਾਂ ਦਾ, ਤੇ ਜੇ ਇਹਨਾਂ ਨੇ ਆਪਣੇ ਵਾਅਦੇ ਪੂਰੇ ਕਰਕੇ ਵਿਖਾਤੇ ਤਾਂ ਮੈਨੂੰ ਨਹੀਂ ਲੱਗਦਾ ਵੀ ਦਿੱਲੀ ਵਾਂਗ ਜਿਹੜੇ ਜਲਦੀ ਜਾਣ ਵਾਲੇ ਨੇ। ਲਾਸਟ ਇੱਕ ਕਮੈਂਟ ਤੁਹਾਡੇ ਤੋਂ ਲੈ ਲਾਂਗੇ ਕਿ ਹੁਣ ਤੁਹਾਡੇ ਤੋਂ ਲੈ ਲੈਣਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਬਾਰੇ ਕੁਝ ਨਹੀਂ ਬੋਲ ਰਹੀ। ਸ਼੍ਰੋਮਣੀ ਅਕਾਲੀ ਦਲ ਇਸ ਬਾਰੇ ਕਿਉਂ ਨਹੀਂ ਕੁਝ ਬੋਲ ਰਹੀ? ਜਿਹੜਾ ਕੋਠੀਆਂ ਛੱਡੀਆਂ ਜਾ ਰਹੀਆਂ ਨੇ, ਰਾਜਨੀਤੀ ਤਾਂ ਹੈਗੀ ਆ ਉਹਨਾਂ ਦੀ ਉਹ ਵੀ ਵਿਰੋਧੀ ਧਿਰ ਹੈ, ਉਹਨਾਂ ਦੇ ਖਿਲਾਫ ਉਹ ਪਿਛਲੀ ਵਾਰੀ ਵਿਰੋਧੀ ਧਿਰ ਦੇ ਵਿੱਚ ਬਹਿ ਕੇ ਆਏ ਨੇ। ਸਭ ਤੋਂ ਵੱਡੀ ਹੁਣ ਤੱਕ 75 ਸਾਲਾਂ ਦੇ ਵਿੱਚ ਰਾਜਨੀਤੀ ਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਗੱਲ ਤੇ ਕਾਂਗਰਸੀ ਨੇ ਜਿਹੜੀ ਦੋ ਆਪਸ ਦੇ ਵਿੱਚ ਵਿਰੋਧੀ ਧਿਰਾਂ ਰਹੀਆਂ ਨੇ, ਇਹਨਾਂ ਦਾ ਕੋਈ ਕਮੈਂਟ ਕਿਉਂ ਨਹੀਂ ਆ ਰਿਹਾ? ਇਹਨਾਂ ਦਾ ਇਸ ਬਾਰੇ ਕਿਉਂ ਨਹੀਂ ਕੋਈ ਨਿਕਲ ਕੇ, ਨਾ ਤਾਂ ਕੋਈ ਪ੍ਰੈਸ ਕਾਨਫਰੰਸ ਹੋ ਰਹੀ ਹੈ, ਨਾ ਹੀ ਕੋਈ ਇਹਨਾਂ ਦੇ ਵੱਲੋਂ ਟਵੀਟ ਕੀਤਾ ਜਾ ਰਿਹਾ, ਨਾ ਹੀ ਬਿਆਨ ਆ ਰਿਹਾ, ਨਾ ਹੀ ਵੱਡੇ ਸਾਹਿਬ ਬਾਦਲ ਸਾਹਿਬ ਬੋਲਦੇ, ਨਾ ਹੀ ਛੋਟੇ ਬੋਲਦੇ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਪਹਿਲਾਂ ਇਹਨਾਂ ਦੀਆਂ ਸਰਕਾਰਾਂ ਬਦਲ ਕੇ ਆ ਰਹੀਆਂ ਸੀ ਦੋਵਾਂ ਧਿਰਾਂ ਦੀਆਂ, ਕਦੇ ਉਹਨਾਂ ਦੀ ਆ ਜਾਂਦੀ ਸੀ, ਕਦੇ ਉਹਨਾਂ ਦੀ ਆ ਜਾਂਦੀ ਸੀ। ਇੱਕ ਵਾਰ ਹੋਇਆ ਕਿ ਜਿਹੜੀ ਆ ਇਹਨਾਂ ਦੀ 10 ਸਾਲ ਰਾਜ ਜਿਹਨਾਂ ਇਹਨਾਂ ਨੇ ਅਕਾਲੀਆਂ ਨੇ ਕੀਤਾ ਹੈ, ਅਦਰਵਾਈਜ਼ ਤਾਂ ਪਹਿਲਾਂ ਬਦਲ ਕੇ ਆ ਰਹੇ ਸੀਗੇ, ਤੇ ਇਸ ਕਰਕੇ ਪਹਿਲਾਂ ਕੁਝ ਬੋਲਦਾ ਨਹੀਂ ਸੀਗਾ। ਹੁਣ ਕਿਉਂਕਿ ਧਿਰੇ ਬਦਲ ਗਈ, ਤੀਜੀ ਧਿਰ ਆ ਗਈ, ਤੇ ਤੀਜੀ ਧਿਰ ਆ ਕੇ ਨੇ ਤਾਂ ਜਦੋਂ ਦੇਖਿਆ ਵੀ ਆਹ ਕੁਝ ਹੋ ਰਿਹਾ, ਜਵਾਬ ਮੰਗੇ, ਤੇ ਉਹ ਅਫਸਰ ਵੀ ਜਿਹੜੇ ਬਗਲੇ ਝਾਂਕਣੇ ਲੱਗੇ, ਜਿਵੇਂ ਆਪਾਂ ਹਿੰਦੀ 'ਚ ਕਹਿੰਦੇ ਆ, ਤੇ ਉਹ ਕਹਿੰਦੇ ਵੀ ਭਾਈ ਉਹ ਤਾਂ ਫਲਾਣਾ ਲੈ ਗਿਆ, ਤੇ ਉਹ ਧਮਕਾਣੇ ਦੇ ਕੋਲ ਸੀਗਾ, ਤੇ ਉਹਦੇ ਕੋਲ ਚਾਰਜ ਸੀਗਾ, ਤੇ ਉਹਨੇ ਐਂ ਕਰਤਾ। ਤੇ ਉਹ ਜਦੋਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਗੱਲ ਮੀਡੀਆ 'ਚ ਆਈ, ਤੇ ਫਿਰ ਪਤਾ ਲੱਗਾ ਵੀ ਹਾਂ ਯਾਰ ਇਹ ਵੀ ਕੁਛ ਹੋਇਆ। ਐਵੇਂ ਵੀ ਹੋ ਜਾਂਦਾ ਹੁੰਦਾ ਵੀ ਆਹ ਸਮਾਨ ਵੀ ਲੈ ਜਾਂਦੇ ਹੁੰਦੇ ਨਾਲ। ਤੇ ਉਹ ਹੁਣ ਜਿਹੜੀਆਂ ਚੀਜ਼ਾਂ ਜਦੋਂ ਬਾਹਰ ਨਿਕਲ ਕੇ ਆਉਣੀਆਂ, ਇਹ ਤਾਂ ਹੁਣ ਮੰਤਰੀਆਂ ਦੇ ਉੱਤੇ, ਜਾਂ ਜਿਹੜੇ ਇਸ ਵਿਭਾਗ ਦੇ ਬੰਦੇ ਨੇ, PWD ਵਿਭਾਗ ਦਾ ਮੰਤਰੀ ਹੋਏਗਾ, ਉਹਨੂੰ ਚਾਹੀਦਾ ਵੀ ਪਿਛਲੇ ਸਾਰੇ ਜਿਹੜੇ ਉਹ ਵੀ ਕਰਾ ਕੇ ਵੇਖ ਲੈਣ ਕਿ ਉਹ ਪਹਿਲਾਂ ਹੋਰ ਵੀ ਕੁਝ ਸਮਾਨ ਲੈ ਗਿਆ ਸੀ ਇਸ ਮਾਮਲੇ ਦੇ ਵਿੱਚ, ਕਿ ਹੁਣੇ ਹੀ ਰੌਲਾ ਪਿਆ ਕਿ ਜੇ ਪਹਿਲਾਂ ਲੈ ਗਿਆ ਸੀਗਾ ਤੇ ਫਿਰ ਉਹ ਕਿਹੜੇ ਬੰਦੇ ਸੀ ਵੀ ਜਿਹੜੇ ਪਹਿਲਾਂ ਲੈ ਗਏ ਸੀ, ਉਹ ਵੀ ਜਾਂਚ ਹੋਣੀ ਚਾਹੀਦੀ ਹੈ। ਇਕੱਲੀ ਇਹਦੀ ਨਹੀਂ ਹੈਗੀ। ਹੁਣ ਇਹ ਤਾਂ ਉਹ ਸੀਗਾ ਜਿਹੜਾ ਹੁਣੀ ਰੌਲਾ ਪੈ ਕੇ ਹਟਿਆ, ਪਹਿਲਾਂ ਵੀ ਤਾਂ ਹੋਣਗੇ ਨਾ ਇਹ ਚੀਜ਼ਾਂ ਦੇ, ਕਿ ਹੁਣੀ ਰੌਲਾ ਪੈ ਕੇ ਹਟ ਗਿਆ ਵੀ ਚੁੱਪ ਕਰਕੇ। ਉਹ ਗੱਲ ਠੀਕ ਆ, ਕਹਿੰਦੇ ਜਾਂਚ ਤੁਸੀਂ ਕਰਾ ਲਓ, ਕੀ ਪਤਾ 5-6 ਪਿੰਡਾਂ ਦੀ ਤੁਹਾਡੇ ਉੱਥੋਂ ਹੀ ਨਿਕਲਿਆ ਹੋਵੇ ਫ੍ਰੀ ਬਿਜਲੀ ਵਾਲੇ ਪੈਸੇ ਜੇ। ਤੇ ਆਪਣਾ ਜੀ ਟਾਈਮ ਹੋ ਗਿਆ ਪੂਰਾ, ਸਾਡੇ ਪੈਸੇ ਇਸ ਵੀਡੀਓ ਦੇ ਪੂਰੇ ਹੋ ਗਏ ਆ। ਕੱਲ੍ਹ ਨੂੰ ਤੁਹਾਨੂੰ ਮਿਲਦੇ ਆ ਜੀ ਇਸੇ ਟਾਈਮ। ਵੀਡੀਓ ਵਧੀਆ ਲੱਗੀ ਹੈ ਤਾਂ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰ ਲਓ ਚੈਨਲ, ਤੇ ਸ਼ੇਅਰ ਕਰ ਦਿਓ। ਅੱਗੇ ਜਾਣਕਾਰੀ ਵਧੀਆ ਦਿੰਦੇ ਹਾਂ ਅਸੀਂ ਵੀ, ਤੇ ਲੱਭ ਕੇ ਲਿਆਉਂਦੇ ਹਾਂ ਆਲੇ ਦੁਆਲੇ। ਉਹ ਦੇਖੋ ਸਾਡੇ ਕੋਲ ਪੇਪਰ ਪੂਰਾ ਪਿਆ, ਤੇ ਇਹ ਸਾਰਾ ਜਾਣਕਾਰੀਆਂ ਦੀ ਭਰਿਆ ਹੋਇਆ, ਬੁਲੇਟ ਪੁਆਇੰਟ ਲਿਖ ਕੇ ਅਸੀਂ ਲੈ ਕੇ ਆਉਂਦੇ ਹਾਂ ਆਪਣੇ ਨਾਲ। ਸੋ 20-25 ਅਖਬਾਰਾਂ ਅਸੀਂ ਛਾਂਟ ਕੇ ਲਿਆਉਂਦੇ ਹਾਂ ਤੁਹਾਡੇ ਲਈ, ਤਾਂ ਕਿ ਤੁਹਾਨੂੰ ਇੰਨਾ ਮੱਥਾ ਬੱਚੀ ਨਾ ਕਰਨੀ ਪਵੇ। ਤੇ ਕੱਲ੍ਹ ਨੂੰ ਫੇਰ ਮਿਲਦੇ ਹਾਂ ਜੀ ਇਸੇ ਜੇ ਟਾਈਮ। ਮੈਂ ਬੋਨੀ ਬਿੰਦਰਾ ਜੀ, ਤੁਸੀਂ ਦੇਖ ਰਹੇ ਹੋ ਆਵਾਜ਼-ਏ-ਪੰਜਾਬ। ਬਹੁਤ ਧੰਨਵਾਦ।